ਨੰਦਨ ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜੁਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸਿਕ। ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਇ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲਾ। ਧਰੋਂ ਧਰਾ ਧਰ ਪੁਨ ਪੁਨ ਸੀਸ ਜੀ, ਪੁਨ ਪੁਨ ਸੀਸ। ਵੰਦੋਂ ਬਾਰ ਬਾਰ ਜਗਦੀਸ਼। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨੁਖ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਹੁ ਕਰ ਅਨੁਰਾਗ। ਇਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਦੋਹਰਾ ਸੁਣ ਕੇ ਗਾਵਤ ਸ਼ਬਦ ਕੋ, ਪੁਨ ਪੋੜੀ ਤੈ ਲਾਏ। ਭੋਗ ਪਾਏ ਅਰਦਾਸ ਕਰ, ਸਭਹੂ ਸੀਸ ਨਿਵਾਏ। ਪਰਮ ਸਨਮਾਨਯੋਗ ਰਾਜਾਨ ਰਾਜ ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਉਪਸਥਿਤ ਗੁਰੂ ਪਿਆਰੇ, ਗੁਰੂ ਸਵਾਰੇ ਸਤ ਸੰਗੀ ਜਨੋ, ਆਓ ਮਹਾਰਾਜ ਜੀ ਕੀ ਅਪਾਰ ਬਖਸ਼ਿਸ਼ ਸਦਕਾ ਸੰਧਿਆ ਵੇਲੇ ਦੇ ਪਾਵਨ ਪਵਿੱਤਰ ਦੀਵਾਨਾਂ ਦੀ ਆਰੰਭਤਾ ਕਰੀਏ। ਗੁਰੂ ਇਤਿਹਾਸ ਕੀ ਲੜੀਵਾਰ ਕਥਾ ਮਹਾਰਾਜ ਕਿਰਨਾ ਪਵਿੱਤਰ ਸਥਾਨਾਂ ਤੇ ਆਪ ਸੰਗਤ ਸਰਵਣ ਕਰਦੇ ਹੋ। ਚਲਦੀ ਆ ਰਹੀ ਲੜੀ ਤਹਿਤ ਕੁਝ ਸਮਾਂ ਮਹਾਰਾਜ ਕੇ ਜੀਵਨ ਬਿਰਤਾਂਤਾਂ ਨਾਲ ਜੁੜਦੇ ਹਾਂ। ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ, ਗੁਰੂ ਫਤਿਹ ਨਾਲ ਸਾਂਝ ਪਾਈਏ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦਿਆਂ ਦੀਵਾਨਾਂ ਅੰਦਰ ਜਿੱਥੇ ਸੰਪੰਨਤਾ ਹੋਈ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਪਾਵਨ ਸੀਸ ਭਾਈ ਜੈਤਾ ਜੀ ਦਿੱਲੀ ਤੋਂ ਲੈ ਕਰਕੇ ਸ਼੍ਰੀ ਕੀਰਤਪੁਰ ਸਾਹਿਬ ਪਹੁੰਚੇ। ਕੀਰਤਪੁਰ ਤੋਂ ਬੜੇ ਅਦਬ ਯੁਕਤ ਸਤਿਗੁਰੂ ਗੁਰੂ ਗੋਬਿੰਦ ਰਾਏ ਸਾਹਿਬ ਮਹਾਰਾਜ ਸੀਸ ਸ਼੍ਰੀ ਅਨੰਦਪੁਰ ਸਾਹਿਬ ਲੈ ਕੇ ਆਏ। ਸੰਗਤਾਂ ਨੇ ਦਰਸ਼ਨ ਕੀਤੇ। ਮਾਤਾ ਨਾਨਕੀ ਜੀਆਂ ਨੇ ਅਸੀਸ ਬਖਸ਼ੀ। ਉਸ ਤੋਂ ਉਪਰੰਤ ਮਹਾਰਾਜ ਜੀ ਕੇ ਇਕੱਲੇ ਸੀਸ ਦਾ ਸੰਸਕਾਰ ਕੀਤਾ ਗਿਆ ਹੈ। ਸੰਸਕਾਰ ਦੀ ਸਮਾਪਤੀ ਉਪਰੰਤ ਸਤਿਗੁਰੂ ਜੀਆਂ ਨੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਰਵਾਏ ਹਨ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀਆਂ ਨੇ ਜ਼ਿਕਰ ਕੀਤਾ, ਸੁਨ ਕੈ ਗਾਵਤ ਸ਼ਬਦ ਕੋ ਪੁਨ ਪੌੜੀ ਕਰਵਾਏ। ਭੋਗ ਪਾਏ ਅਰਦਾਸ ਕਰ, ਸਭਹੂ ਸੀਸ ਨਵਾਏ। ਜਿਸ ਵਕਤ ਗੁਰਬਾਣੀ ਸ਼ਬਦ ਕੀਰਤਨ ਦੀ ਸਮਾਪਤੀ ਹੋਈ, ਮਹਾਰਾਜ ਜੀਆਂ ਨੇ ਅਰਦਾਸ ਕਰਵਾਈ। ਉਸ ਤੋਂ ਉਪਰੰਤ ਸਾਰੀ ਸੰਗਤ ਨੇ ਮਿਲ ਕਰਕੇ ਸੀਸ ਨਿਵਾਇਆ, ਅਦਬ ਯੁਕਤ ਨਮਸਕਾਰ ਕੀਤੀ ਹੈ ਜੀ। ਸਵਈਆ ਆਏ ਤਿਹਾਵਲ ਬ੍ਰਿੰਦ ਗਇਓ, ਬਰਤਾਏ ਦਿਓ ਸਭ ਸੰਗਤ ਮਾਹੀ। ਇਸ ਵਿਦਨਾ ਅਰਦਾਸ ਦੀ ਸਮਾਪਤੀ ਤੋਂ ਉਪਰੰਤ ਪਾਵਨ ਕੜਾਹ ਪ੍ਰਸ਼ਾਦ ਦੀ ਜੋ ਦੇਗ ਹੈ, ਉਹ ਤਿਆਰ ਮਹਾਰਾਜ ਜੀ ਨੇ ਕਰਵਾਈ ਸੀ, ਜੋ ਗੁਰੂ ਘਰ ਦੀ ਮਰਿਆਦਾ ਚੱਲੀ ਆਉਂਦੀ ਹੈ।
ਸੋ ਅਰਦਾਸ ਤੋਂ ਉਪਰੰਤ ਮਹਾਰਾਜ ਨੇ ਜਿਤਨੀ ਵੀ ਸੰਗਤ ਇਸ ਵਕਤ ਇਸ ਸਥਾਨ ਤੇ ਇਕੱਤਰ ਹੈ, ਕਿਉਂਕਿ ਜਿਸ ਵਕਤ ਮਹਾਰਾਜ ਜੀ ਕੇ ਪਾਵਨ ਸੀਸ ਦਾ ਸੰਸਕਾਰ ਹੋਇਆ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀਆਂ ਨੇ ਜਾਂ ਹੋਰ ਗ੍ਰੰਥਾਂ ਨੇ ਜੋ ਹਵਾਲ ਦਿੱਤੇ ਹਨ, ਬਹੁਤ ਬੇਅੰਤ ਸੰਗਤਾਂ ਦੇ ਇਕੱਠ ਉਸ ਦਿਨ ਸ੍ਰੀ ਅਨੰਦਪੁਰ ਸਾਹਿਬ ਹੋਏ ਹਨ। ਸੋ ਵੱਡੀ ਮਾਤਰਾ ਦੇ ਅੰਦਰ ਗੁਰੂ ਕੀ ਦੇਗ ਜੋ ਸਜੀ ਹੋਈ ਸੀ, ਮਹਾਰਾਜ ਜੀਓ ਕੇ ਹੁਕਮਾਂ ਸਹਿਤ ਗੁਰਸਿੱਖਾਂ ਨੇ ਸਾਰੀ ਸੰਗਤ ਦੇ ਅੰਦਰ ਤਿਹਾਵਲ ਕੜਾ ਪ੍ਰਸ਼ਾਦੀ ਦੇਗ ਵਰਤਾਈ ਹੈ ਜੀ। ਸ੍ਰੀ ਕਲਗੀਧਰ ਕੋ ਕਰ ਅਗ੍ਰਹਿ, ਮੰਦੈ ਮੰਦ ਚਲੇ ਕਰ ਜਾਹੀ। ਫਿਰ ਉਹ ਪਾਵਨ ਸਥਾਨ ਜਿਸ ਸਥਾਨ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਪਵਿੱਤਰ ਸੀਸ ਦੇ ਸੰਸਕਾਰ ਹੋਏ ਹਨ, ਉਹ ਸਥਾਨ ਤੋਂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਉੱਠੇ ਹਨ ਤੇ ਆਪ ਵਾਪਸ ਆਪਣੇ ਨਿਜ ਮਹੱਲਾ ਅੰਦਰ ਸ੍ਰੀ ਅਨੰਦਪੁਰ ਸਾਹਿਬ ਪਾਵਨ ਪਵਿੱਤਰ ਸਥਾਨਾਂ ਜਿੱਥੇ ਮਹਾਰਾਜ ਸਿੰਘਾਸਨ ਲਾਉਂਦੇ ਹਨ, ਉਸ ਪਾਸੇ ਵੱਲ ਨੂੰ ਚੱਲ ਪਏ ਹਨ। ਨਾਲ ਹੀ ਹੋਰ ਸਾਰੀ ਸੰਗਤ ਗੁਰੂ ਕੇ ਮਸੰਦ ਟਹਿਲੀਏ ਸਿੱਖ ਜਿਤਨੇ ਵੀ ਹਨ, ਸਾਰੇ ਮਹਾਰਾਜ ਜੀ ਕੇ ਪਿੱਛੇ ਚੱਲੇ ਹਨ। ਬੈਠਣ ਥਾਨ ਮੈਂ ਜਾਏ ਟਿਕੇ ਸਭ, ਸ਼੍ਰੀ ਗੁਰ ਕੋ ਜਸ ਦੀਰਘ ਪ੍ਰਾਹੀ। ਫਿਰ ਜਿਸ ਸਥਾਨ ਤੇ ਗਰੀਬ ਨਿਵਾਸ ਸਤਿਗੁਰੂ ਬੈਠ ਕੇ ਸੰਗਤ ਨੂੰ ਦਰਸ਼ਨ ਬਖਸ਼ਦੇ ਹਨ, ਧੰਨ ਗੁਰੂ ਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਅਨੰਦਪੁਰ ਦੀ ਪਾਵਨ ਧਰਤੀ ਤੇ ਮਹਾਰਾਜ ਉਸ ਸਥਾਨਪੁਰ ਪਹੁੰਚ ਗਏ ਹਨ। ਪ੍ਰਥਮ ਜਾ ਕਰਕੇ ਮਹਾਰਾਜ ਆਪ ਉਸ ਸਥਾਨ ਤੇ ਬੈਠੇ ਹਨ। ਆਪਣੇ ਪਵਿੱਤਰ ਸਥਾਨਾਂ ਤੇ ਬੈਠਣ ਤੋਂ ਉਪਰੰਤ ਮਹਾਰਾਜ ਜੀ ਕੇ ਹੁਕਮ ਸਹਿਤ ਸਾਰੀ ਸਿੱਖ ਸੰਗਤ ਵੀ ਮਹਾਰਾਜ ਜੀ ਕੀ ਹਾਜ਼ੂਰੀ ਦੇ ਅੰਦਰ ਸਜ ਗਈ ਹੈ ਤੇ ਨਾਲ ਹੀ ਸਤਿਗੁਰੂ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਨੇ ਪਿਤਾ ਗੁਰਦੇਵ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਗੁਣ ਗਾਉਣੇ, ਸਿਫਤ ਕਰਨੀ ਪ੍ਰਾਰੰਭ ਕੀਤੀ ਹੈ ਜੀ। ਓਦ ਭਏ ਜਗਤੀਰ, ਚਪੈਤਰ ਆਨਕ ਸੂ ਮੈਂ ਪ੍ਰਾਪਤ ਨਾਹੀ। ਤੇ ਜਿਵੇਂ ਫਿਰ ਉਸ ਸਥਾਨ ਤੇ ਗੁਰਸਿੱਖਾਂ ਦੇ ਅੰਦਰ ਵਾਰਤਾ ਚੱਲੀ, ਮਹਾਰਾਜ ਨੇ ਵੀ ਬਖਸ਼ਿਸ਼ ਕੀਤੀ। ਜੋ ਗੁਣ ਹਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਨਿਜ ਜੀਵਨ ਦੇ, ਜਿਵੇਂ ਬਚਨ ਲਿਖੇ ਨੇ, ਔਦ ਭਏ ਜਗ ਧੀਰ ਛਿਮਾ ਧਰ। ਔਦ ਦਾ ਮਤਲਬ ਹੁੰਦਾ ਹੱਦ ਕੱਢ ਦੇਣੀ। ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਜੀਵਨ ਦੀ ਗੱਲ ਆਉਂਦੀ ਹੈ ਨਾ, ਤੇ ਆਪਾਂ ਕਹਿੰਦੇ ਹਾਂ ਧੀਰਜਤਾ ਦੀ ਮੂਰਤ ਨੇ। ਹੁਣ ਕਿੰਨਾ ਕੁ ਧੀਰਜ ਹੈ ਮਹਾਰਾਜ ਜੀ ਕੇ ਅੰਦਰ, ਜਿਵੇਂ ਬਚਨ ਕਰ ਲਈਏ ਜਾਂ ਬਾਤ ਆਪਾਂ ਕਰੀਏ ਵੀ ਇਸ ਤੋਂ ਅੱਗੇ ਹੋਰ ਕੋਈ ਪ੍ਰਮਾਣ ਨਹੀਂ ਦਿੱਤਾ ਜਾ ਸਕਦਾ। ਧੀਰਜਤਾ ਦੀ ਇੱਕ ਹੱਦ ਹੈ ਧੀਰਜਤਾ ਦੇ ਵਿੱਚ, ਕਿਉਂਕਿ ਮਨੁੱਖ ਦੇ ਅੰਦਰ ਧੀਰਜ ਕਿਸੇ ਹੱਦ ਤੱਕ ਗਿਣਿਆ ਜਾ ਸਕਦਾ ਵੀ ਇੰਨੇ ਕੁ ਧੀਰਜ ਦਾ ਮਨੁੱਖ ਮਾਲਕ ਹੈ। ਹੁਣ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਧੀਰਜ ਕਿੱਡਾ ਵੱਡਾ। ਸੀਸ ਦੇਣ ਦੀ ਗੱਲ ਆਈ, ਮਹਾਰਾਜ ਧੀਰਜ ਯੁਕਤ ਉਸ ਸਥਾਨ ਤੇ ਸੀਸ ਨਵਾ ਕੇ ਬੈਠ ਗਏ ਤੇ ਜਲਾਦ ਨੂੰ ਕਹਿੰਦੇ ਨੇ ਤੂੰ ਵਾਰ ਕਰ ਲੈ, ਮੈਨੂੰ ਡਰ ਨਹੀਂ ਹੈ। ਇਸ ਲਈ ਮਹਾਰਾਜ ਜੀ ਕੇ ਅੰਦਰ ਦਾ ਇੱਕ ਧੀਰਜ ਹੈ। ਸੋ ਧੀਰਜ ਦੀ ਇੱਕ ਹੱਦ ਬਣਾ ਕੇ ਕੱਢ ਕੇ ਰੱਖ ਦਿੱਤੀ ਮਹਾਰਾਜ ਨੇ ਵੀ ਇਸ ਤੋਂ ਅੱਗੇ ਹੁਣ ਤੁਸੀਂ ਧੀਰਜ ਦੀ ਕੀ ਗੱਲ ਕਰੋਗੇ, ਜਦੋਂ ਟਿਕ ਕਰਕੇ ਇੱਕ ਸੂਰਮਾ ਬਲੀ ਯੋਧਾ ਗੁਰੂ ਆਪਣਾ ਸੀਸ ਹੀ ਕੁਰਬਾਨ ਕਰ ਰਿਹਾ। ਔਦ ਭਏ ਜਗ ਧੀਰ ਛਿਮਾ ਧਰ, ਇਹ ਵੀ ਬਹੁਤ ਵੱਡਾ ਗੁਣ ਹੈ ਮਹਾਰਾਜ ਜੀ ਕੇ ਜੀਵਨ ਦਾ। ਸਮੁੱਚੇ ਜੀਵਨ ਤੇ ਝਾਤ ਮਾਰੋ ਮਹਾਰਾਜ ਗੁਰੂ ਤੇਗ ਬਹਾਦਰ ਜੀ ਕੇ ਜੀਵਨ ਵਿੱਚ, ਕਿਤੇ ਵੀ ਮਹਾਰਾਜ ਜੀ ਕੇ ਜੀਵਨ ਵਿੱਚ ਕੋਈ ਐਸਾ ਬਚਨ ਜਾਂ ਕੋਈ ਐਸੀ ਘਟਨਾ ਨਹੀਂ ਮਿਲੇਗੀ ਜਿੱਥੇ ਕਿਸੇ ਨੂੰ ਕੋਈ ਕ੍ਰੋਧ ਯੁਕਤੀ ਜਾਂ ਕੋਈ ਐਸਾ ਬੋਲ ਬੋਲਿਆ ਹੋਵੇ। ਛਿਮਾ ਗੁਣ ਵਿੱਚ ਬਹੁਤ ਪ੍ਰਵੀਨ ਨੇ ਮਹਾਰਾਜ ਗੁਰੂ ਤੇਗ ਬਹਾਦਰ ਜੀ, ਇਤਨੇ ਪ੍ਰਵੀਨ ਨੇ ਕਿ ਜਦੋਂ ਵੀ ਕੁਝ ਵੇਖਦੇ ਨੇ ਉਸ ਨੂੰ ਕੇਵਲ ਛਿਮਾ ਹੀ ਕਰਦੇ ਨੇ, ਕੇਵਲ ਮੁਆਫ ਹੀ ਕਰਦੇ ਨੇ। ਇਸ ਲਈ ਇਹ ਬਹੁਤ ਵੱਡਾ ਗੁਣ ਹੈ ਮਹਾਰਾਜ ਜੀ ਕੇ ਜੀਵਨ ਦਾ। ਆਨ ਕਿਸੂ ਮੈਂ ਪ੍ਰਾਪਤ ਨਾਹੀ। ਗੁਰਸਿੱਖ ਬੈਠ ਕਰਕੇ ਵਿਚਾਰਾਂ ਕਰ ਰਹੇ ਸਨ, ਮਹਾਰਾਜ ਜੀ ਕੀ ਸਿਫਤ ਕਰ ਰਹੇ ਸਨ ਕਿ ਐਸਾ ਕੋਈ ਹੋਰ ਪੁਰਖ ਨਹੀਂ ਹੈ ਇਸ ਦੁਨੀਆ ਅੰਦਰ, ਇਸ ਧਰਤੀ ਤੇ, ਜਿਹਦੇ ਜੀਵਨ ਅੰਦਰ ਇਤਨਾ ਵੱਡਾ ਧੀਰਜ ਤੇ ਛਿਮਾ ਗੁਣ ਇਤਨਾ ਮਹਾਨ ਹੋਵੇ। ਕੇਵਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਹੋਏ ਹਨ ਜਿਨ੍ਹਾਂ ਦੇ ਧੀਰਜ ਦੀ ਕੋਈ ਮਿਸਾਲ ਨਹੀਂ ਦਿੱਤੀ ਜਾ ਸਕਦੀ, ਜਿਨ੍ਹਾਂ ਦੇ ਛਿਮਾ ਗੁਣ ਦੀ ਕੋਈ ਵਿਆਖਿਆ ਨਹੀਂ ਕੀਤੀ ਜਾ ਸਕਦੀ। ਬਹੁਤ ਮਹਾਨ ਗੁਣ ਹਨ। ਕੀਨ ਮਹਾ ਅਪਰਾਧ ਦਿਲੇਸ਼ਵਰ, ਮੂੜ ਮਤੀ ਦੁਖ ਦੋਜਕ ਪਾਵੈ। ਤੇ ਨਾਲ ਹੀ ਜਿੱਥੇ ਤੁਰਕੇਸ਼ਰ ਤੁਰਕ ਬਾਦਸ਼ਾਹ ਔਰੰਗਜ਼ੇਬ ਨੇ ਇਹ ਜੋ ਕੁਝ ਕੀਤਾ ਹੈ, ਮਹਾਰਾਜ ਜੀ ਦਾ ਸੀਸ ਧੜ ਤੋਂ ਜੁਦਾ ਕਰ ਦਿੱਤਾ, ਹੁਕਮ ਦੇ ਕਰਕੇ ਮਹਾਰਾਜ ਜੀਆਂ ਨੂੰ ਸ਼ਹੀਦ ਕਰ ਦਿੱਤਾ, ਇਹ ਬਹੁਤ ਵੱਡਾ ਅਪਰਾਧ ਕੀਤਾ ਹੈ। ਕੀਨ ਮਹਾ ਅਪਰਾਧ ਦੁਲੇਸ਼ਰ, ਇਹ ਦਿੱਲੀ ਦੇ ਬਾਦਸ਼ਾਹ ਤੁਰਕੇਸ਼ਰ ਬਾਦਸ਼ਾਹ ਨੇ ਬਹੁਤ ਮਹਾ ਅਪਰਾਧ ਕੀਤਾ ਹੈ।
ਮੂੜ ਮਤੀ ਮਹਾ ਦੁਖ ਦੋਜਕ ਪਾਵੈ। ਬਹੁਤ ਮਾੜੀ ਮੱਤ ਦਾ ਮਾਲਕ ਹੈ। ਸੋ ਇਸ ਅਪਰਾਧ ਦਾ ਜੋ ਫਲ ਹੈ ਨਾ, ਗੁਰਸਿੱਖ ਕਹਿ ਰਹੇ ਸਨ ਵੀ ਨਿਸ਼ਚੇ ਹੀ ਇਹ ਆਪਣੇ ਮਤ ਅਨੁਸਾਰ ਦੋਜਕ ਦੀ ਅੱਗ ਦੇ ਅੰਦਰ ਸੜੇਗਾ ਜੀ। ਹਿੰਦੂ ਕੀ ਟੇਕ ਰਖੀ ਸਿਰ ਦੇਕਰ, ਪੂਰਬ ਕੀ ਮਰਜ਼ਾਦਾ ਜੋ ਆਵੈ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਔਰੰਗਜ਼ੇਬ ਦੀ ਇਸ ਸੁਜਤ ਨੂੰ ਜ਼ਰਦਿਆਂ ਹੋਇਆਂ ਆਪ ਆਪਣੇ ਸੀਸ ਦਾ ਬਲੀਦਾਨ ਦੇ ਦਿੱਤਾ। ਲੇਕਿਨ ਜਿਸ ਬਾਤ ਨੂੰ ਲੈ ਕਰਕੇ ਮਹਾਰਾਜ ਦਿੱਲੀ ਤੱਕ ਪਹੁੰਚੇ ਸਨ, ਜਿਵੇਂ ਆਏ ਹੋਏ ਕਸ਼ਮੀਰੀ ਪੰਡਤਾਂ ਨੂੰ ਇਹ ਬਾਤ ਕਹੀ ਸੀ ਕਿ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ, ਜੇ ਗੁਰੂ ਤੇਗ ਬਹਾਦਰ ਮਹਾਰਾਜ ਹਿੰਦੂ ਹੋ ਜਾਂਦੇ ਨੇ, ਧਰਮ ਪਰਿਵਰਤਨ ਕਰ ਲੈਂਦੇ ਨੇ, ਤੇ ਅਸੀਂ ਸਾਰੇ ਬਿਨਾਂ ਕਿਸੇ ਸ਼ਰਤ ਹੋ ਜਾਵਾਂਗੇ। ਸੋ ਮਹਾਰਾਜ ਨੇ ਸ਼ਹਾਦਤ ਦੇ ਦਿੱਤੀ, ਲੇਕਿਨ ਇਸਲਾਮ ਪ੍ਰਵਾਨ ਨਹੀਂ ਕੀਤਾ, ਕਲਮਾਂ ਨਹੀਂ ਪੜੀਆਂ, ਤੁਰਕ ਨਹੀਂ ਹੋਏ। ਸੋ ਇਸ ਵਿਦ ਹਿੰਦਨ ਕੀ ਟੇਕ ਰੱਖੀ ਸਿਰ ਦੇ ਕਰ, ਮਹਾਰਾਜ ਨੇ ਆਪਣਾ ਸੀਸ ਦੇ ਕਰਕੇ ਇਸ ਧਰਮ ਨੂੰ ਬਚਾਇਆ ਹੈ। ਇਹ ਮਹਾਰਾਜ ਕੀ ਬਹੁਤ ਵੱਡੀ ਬਖਸ਼ਿਸ਼ ਹੈ। ਪੂਰਬ ਕੀ ਮਰਿਆਦਾ ਸਾਹਿਬ, ਜੇ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣਾ ਸੀਸ ਨਾ ਦਿੰਦੇ ਤੇ ਇਸ ਧਰਮ ਨੇ ਖਤਮ ਹੋ ਜਾਣਾ ਸੀ, ਕਿਉਂਕਿ ਹੋਰ ਕੋਈ ਐਸਾ ਸੂਰਮਾ ਹੈ ਹੀ ਨਹੀਂ ਸੀ ਜਿਹੜਾ ਆਪਣਾ ਸੀਸ ਦੇ ਕਰਕੇ ਤੇ ਇਸ ਧਰਮ ਦੀ ਰਾਖੀ ਕਰ ਲੈਂਦਾ। ਇਸ ਲਈ ਮਹਾਰਾਜ ਨੇ ਆਪਣਾ ਸੀਸ ਦੇ ਕਰਕੇ ਇਸ ਧਰਮ ਦੀ ਸਾਰੀ ਮਰਿਆਦਾ ਨੂੰ ਕਾਇਮ ਰੱਖ ਲਿਆ ਹੈ। ਨਾਹਤੇ ਵੇਦ ਪੁਰਾਣ ਜੇ ਤੀਰਥ, ਦੇਵਨ ਦਿਹੁਰੇ ਰੀਤ ਮਿਟਾਵੈ। ਤੇ ਜੇ ਕਿਤੇ ਗੁਰੂ ਤੇਗ ਬਹਾਦਰ ਮਹਾਰਾਜ ਆਪਣਾ ਸੀਸ ਨਾ ਕੁਰਬਾਨ ਕਰਦੇ, ਆਪ ਦਿੱਲੀ ਨਾ ਜਾਂਦੇ, ਤੇ ਸੱਚਮੁੱਚ ਇਸ ਭਾਰਤ ਵਰਸ਼ ਦਾ ਇਤਿਹਾਸ ਹੀ ਕੁਝ ਹੋਰ ਹੋ ਜਾਣਾ ਸੀ। ਜਿਵੇਂ ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ, ਹੁਣ ਇੱਥੇ ਗੁਰਸਿੱਖ ਜਿਹੜੇ ਨੇ ਨਾ, ਸ਼੍ਰੀ ਅਨੰਦਪੁਰ ਸਾਹਿਬ ਬੈਠ ਕਰਕੇ ਮਹਾਰਾਜ ਗੁਰੂ ਗੋਬਿੰਦ ਰਾਏ ਜੀ ਕੇ ਸੰਗ ਵਿਚਾਰਾਂ ਕਰ ਰਹੇ ਨੇ, ਮਹਾਰਾਜ ਕੀ ਸਿਫਤਾਂ ਕਰ ਰਹੇ ਨੇ ਵੀ ਜੇਕਰ ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਨਾ ਜਾਂਦੇ, ਇੱਕ ਮਿੰਟ ਲਈ ਆਪਾਂ ਮੰਨ ਲੈਂਦੇ ਹਾਂ ਵੀ ਜੇਕਰ ਮਹਾਰਾਜ ਨਾ ਜਾਂਦੇ, ਫਿਰ ਅੱਜ ਇੱਦਾਂ ਦੀ ਆਜ਼ਾਦੀ, ਇੱਦਾਂ ਦੇ ਮਾਹੌਲ, ਇਹ ਸਭ ਕੁਝ ਇਹਦੇ ਬਿਲਕੁਲ ਉਲਟ ਹੋ ਜਾਣਾ ਸੀ, ਇਤਿਹਾਸ ਹੀ ਬਦਲ ਜਾਣਾ ਸੀ। ਨਾਹੇ ਤਾਂ ਵੇਦ ਪੁਰਾਣ ਜੇ ਤੀਰਥ, ਦੇਵਨ ਦੇਹਰੇ ਰੀਤ ਨਸਾਵੈ। ਨਾ ਕੋਈ ਵੇਦ ਦੀ ਗੱਲ ਹੋਣੀ ਸੀ, ਕਿਉਂਕਿ ਧਰਮ ਚੱਲਦਾ ਧਰਮ ਗ੍ਰੰਥ ਦੇ ਨਾਲ। ਜਦੋਂ ਕਿ ਉਹਨਾਂ ਨੇ ਧਰਮ ਸਥਾਨ ਖਤਮ ਕਰ ਦਿੱਤੇ, ਧਰਮ ਗ੍ਰੰਥਾਂ ਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ, ਧਰਮ ਦੀ ਰਹੁ ਰੀਤ ਮਿਟਾਉਣੀ, ਤੇ ਅਖੀਰ ਤਲਵਾਰ ਚੱਕ ਕੇ ਕਹਿ ਦਿੱਤਾ ਵੀ ਜਿਹੜਾ ਵੀ ਇਸ ਧਰਮ ਦਾ ਉਪਾਸ਼ਕ ਹੈ, ਜਾਂ ਤੇ ਧਰਮ ਛੱਡੋ, ਨਹੀਂ ਤੇ ਕਤਲ ਕਰ ਦਿੱਤਾ ਜਾਏਗਾ। ਇਸ ਲਈ ਇਹ ਸਭ ਧਰਮ ਨਾਸ ਹੋ ਜਾਣਾ ਸੀ। ਵੇਦ ਪੁਰਾਣ ਤੀਰਥ ਜਿਤਨੇ ਵੀ ਸਥਾਨ ਹਨ, ਜਾਂ ਉਹਨਾਂ ਦੀ ਜਿਹੜੀ ਰਹੁ ਰੀਤ ਹੈ, ਦੇਹਰੇ ਆਦਿਕ, ਸਭ ਕੁਝ ਇਸ ਜ਼ੁਲਮੀ ਬਾਦਸ਼ਾਹ ਔਰੰਗਜ਼ੇਬ ਨੇ ਆਪਣੀਆਂ ਹੁਕਮਾਂ ਨਾਲ ਖਤਮ ਕਰਨ ਦੀ ਵਿਉਂਤ ਬਣਾਈ ਸੀ। ਉਹ ਤੇ ਕੇਵਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਹਨ, ਜਿਨ੍ਹਾਂ ਨੇ ਆਪਣਾ ਸੀਸ ਕੁਰਬਾਨ ਕਰਕੇ ਇਸ ਧਰਮ ਦੀ ਰਾਖੀ ਨਹੀਂ ਕੀਤੀ, ਬਲਕਿ ਔਰੰਗਜ਼ੇਬ ਦੀ ਸਾਰੀ ਨੀਤੀ ਨੂੰ ਹੀ ਖਤਮ ਕਰਕੇ ਰੱਖ ਦਿੱਤਾ ਹੈ ਜੀ। ਸ਼੍ਰੀ ਗੁਰਦੇਵ ਬਿਨਾ ਹੋਏ ਕੌਣ, ਜੋ ਪ੍ਰਾਨ ਕੋ ਦੇ ਜਗ ਧਰਮ ਟਿਕਾਵੈ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੋਂ ਬਿਨਾਂ ਹੋਰ ਕੋਈ ਐਸਾ ਹੈ ਵੀ ਨਹੀਂ ਸੀ ਇਸ ਧਰਤੀ ਤੇ। ਸੱਚਮੁੱਚ ਵਿਸਤਾਰ ਸਹਿਤ ਆਪਾਂ ਵੇਖਾਂਗੇ ਤੇ ਪਤਾ ਲੱਗੇਗਾ ਕਿ ਕੇਵਲ ਗੁਰੂ ਤੇਗ ਬਹਾਦਰ ਮਹਾਰਾਜ ਹਨ, ਕਿਉਂਕਿ ਜਿਸ ਦਿਨ ਕਸ਼ਮੀਰੀ ਪੰਡਤ ਮਹਾਰਾਜ ਜੀ ਕੇ ਦਰ ਤੇ ਫਰਿਆਦ ਕਰਨ ਪਹੁੰਚੇ ਨੇ, ਇਸ ਤੋਂ ਪਹਿਲਾਂ ਇਤਿਹਾਸ ਦੀ ਗਵਾਹੀ ਹੈ ਕਿ ਉਹਨਾਂ ਨੇ ਆਪਣੇ ਧਰਮ ਦੇ ਤੀਰਥਾਂ ਤੱਕ ਬਹੁਤ ਯਤਨ ਕੀਤੇ ਨੇ, ਅਮਰਨਾਥ ਤੱਕ ਗਏ ਨੇ ਵੀ ਕੋਈ ਹੀਲਾ ਕਰੋ, ਕੋਈ ਹਿਆ ਕਰੋ, ਜਾਨ ਬਚ ਜਾਏ, ਧਰਮ ਬਚ ਜਾਏ, ਦੇਹਰੇ ਰਹਿ ਜਾਣ, ਪੋਥੀ ਪੁਰਾਣ ਦੀ ਰੀਤ ਨਾ ਗਵਾਚੇ, ਲੇਕਿਨ ਕੋਈ ਨਹੀਂ ਮਿਲਿਆ। ਕੇਵਲ ਤੇ ਕੇਵਲ ਗੁਰੂ ਤੇਗ ਬਹਾਦਰ ਮਹਾਰਾਜ। ਜਦੋਂ ਹਜ਼ੂਰੀ ਵਿੱਚ ਆ ਕਰਕੇ ਇਹਨਾਂ ਕਸ਼ਮੀਰੀ ਦਿਜਬਰਾਂ ਨੇ ਆਪਣੇ ਅਥਰੂ ਕੇਰੇ, ਉਸ ਵਕਤ ਮਹਾਰਾਜ ਜੀਆਂ ਨੂੰ ਇਹਨਾਂ ਤੇ ਤਰਸ ਆਇਆ। ਮਹਾਰਾਜ ਨੇ ਫਿਰ ਅੱਗੇ ਆਪ ਬਚਨ ਦੇ ਦਿੱਤੇ ਕਿ ਜੇਕਰ ਬਾਦਸ਼ਾਹ ਸਾਨੂੰ ਇਸਲਾਮੀ ਬਣਾਏਗਾ ਤੇ ਤੁਸੀਂ ਵੀ ਬਣ ਜਾਣਾ। ਸੋ ਸ਼੍ਰੀ ਗੁਰਦੇਵ ਬਿਨਾ ਹੋਏ ਕੌਣ ਹੈ ਐਸਾ ਦੂਸਰਾ, ਕੋਈ ਨਹੀਂ ਮਿਲੇਗਾ। ਜੋ ਪ੍ਰਾਣ ਕੋ ਦੇ ਕਰ ਜਗ ਧਰਮ ਟਿਕਾਵੇ, ਜਿਹੜਾ ਆਪਣੀਆਂ ਪ੍ਰਾਣਾਂ ਦੀ ਆਹੂਤੀ ਦੇ ਕਰਕੇ ਤੇ ਕਿਸੇ ਧਰਮ ਨੂੰ ਜਗਤ ਦੇ ਅੰਦਰ ਟਿਕਾ ਦੇਵੇ, ਭਾਵ ਸਲਾਮਤ ਰਹਿਣ ਦੇਵੇ, ਉਹਦਾ ਘਾਣ ਨਾ ਹੋਣ ਦੇਵੇ, ਇਹ ਕੇਵਲ ਤੇ ਕੇਵਲ ਗੁਰੂ ਤੇਗ ਬਹਾਦਰ ਮਹਾਰਾਜ ਕਰ ਸਕਦੇ ਨੇ, ਪਰਉਪਕਾਰੀ ਪੁਰਖ ਨੇ।
ਸੋ ਇਸ ਵਿਧ ਮਹਾਰਾਜ ਜੀਆਂ ਨੇ ਇਸ ਸਮੁੱਚੇ ਧਰਮ ਤੇ ਬਹੁਤ ਵੱਡਾ ਮਹਾਨ ਪਰਉਪਕਾਰ ਕੀਤਾ। ਭਾਵੇਂ ਕਿ ਅੱਜ ਅਸੀਂ ਵੇਖਦੇ ਹਾਂ ਇਤਨਾ ਵੱਡਾ ਪਰਉਪਕਾਰ ਹੋਣ ਦੇ ਬਾਵਜੂਦ ਵੀ ਉਹ ਧਰਮ ਦੇ ਜਿਹੜੇ ਉਪਾਸਕ ਨੇ ਉਹ ਇਸ ਕੁਰਬਾਨੀ ਨੂੰ ਯਾਦ ਨਹੀਂ ਕਰਦੇ। ਲੇਕਿਨ ਮਹਾਰਾਜ ਕੀ ਬਹੁਤ ਵੱਡੀ ਬਖਸ਼ਿਸ਼ ਹੈ, ਆਪਣੇ ਸੀਸ ਆਪਣੇ ਪ੍ਰਾਣ ਭੇਟ ਕਰਕੇ ਇਸ ਧਰਮ ਨੂੰ ਬਚਾਉਣਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਕਿਰਪਾ ਹੈ ਜੀ। ਧੰਨ ਸਦਾ ਗੁਰ ਤੇਗ ਬਹਾਦਰ, ਕੀਨ ਬਹਾਦਰੀ ਰਾਖ ਦਿਖਾਏ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੁਣਗਾਨ ਹੋ ਰਿਹਾ, ਸਿਫਤਾਂ ਹੋ ਰਹੀਆਂ ਨੇ ਸ਼੍ਰੀ ਅਨੰਦਪੁਰ ਦਰਬਾਰ ਦੇ ਅੰਦਰ। ਲਾਲ ਗੋਬਿੰਦ ਰਾਏ ਜੀ ਕੀ ਹਾਜ਼ੂਰੀ ਦੇ ਅੰਦਰ ਜੁੜੀ ਹੋਈ ਸਿੱਖ ਸੰਗਤ, ਗੁਰੂ ਕੇ ਪਿਆਰ ਵਾਲੇ ਸਿੱਖ ਆਪਣੇ ਮੁਖ ਤੋਂ ਇਉਂ ਸਿਫਤਾਂ ਕਰ ਰਹੇ ਨੇ, ਧੰਨ ਸਦਾ ਗੁਰੂ ਤੇਗ ਬਹਾਦਰ। ਧੰਨਤਾ ਦੇ ਯੋਗ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ, ਜਿਨ੍ਹਾਂ ਨੇ ਇਹ ਬਹਾਦਰੀ ਦਾ ਕਾਰਨਾਮਾ ਕਰ ਦਿਖਾਇਆ, ਜਿਹੜੇ ਹੁਕਮਰਾਨਾਂ ਅੱਗੇ ਝੁਕੇ ਨਹੀਂ, ਅਤਿਅੰਤ ਕਸ਼ਟ ਦਿੱਤੇ ਗਏ, ਡਰੇ ਨਹੀਂ, ਜਿਨ੍ਹਾਂ ਨੇ ਕੋਈ ਦੁੱਖ ਭੁੱਖ ਦਾ ਭੈ ਨਹੀਂ ਮੰਨਿਆ, ਕੋਈ ਜ਼ਾਲਮ ਦੇ ਜ਼ੁਲਮ ਦਾ ਭੈ ਨਹੀਂ ਮੰਨਿਆ। ਤੇ ਜਿਸ ਦਿਨ ਸਰੀਰ ਨੂੰ ਕੁਰਬਾਨ ਕਰਨ ਦੀ ਬਾਤ ਆਈ, ਮਹਾਰਾਜ ਜੀਆਂ ਨੇ ਸੀਸ ਨਵਾ ਕੇ ਜਲਾਦ ਨੂੰ ਕਹਿ ਦਿੱਤਾ ਵੀ ਸਾਡੇ ਵੱਲੋਂ ਅਧਿਕਾਰ ਹੈ, ਤੂੰ ਆਪਣਾ ਸ਼ਸਤਰ ਵਰਤ ਸਕਦਾ ਹੈ। ਸੋ ਇਹ ਬਹੁਤ ਵੱਡੀ ਬਹਾਦਰੀ ਹੈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਜੀਵਨ ਦੀ। ਜੋ ਲਕਬ ਉਹਨਾਂ ਦੇ ਨਾਮ ਵਿੱਚ ਹੈ ਤੇਗ ਬਹਾਦਰ, ਤੇਗ ਨੂੰ ਚਲਾਉਣਾ ਵੀ ਜਾਣਦੇ ਨੇ ਤੇ ਤੇਗ ਦਾ ਵਾਰ ਆਪਣੇ ਤਨ ਉੱਪਰ ਜਰਨਾ ਵੀ ਜਾਣਦੇ ਨੇ। ਇਹ ਸਿਫਤਾਂ ਗੁਰੂ ਕੀਆਂ ਸੰਗਤਾਂ ਮਹਾਰਾਜ ਜੀ ਕੀਆਂ ਕਰ ਰਹੀਆਂ ਹਨ ਜੀ। ਜੋ ਪੁਰ ਤੇ ਸਿੱਖ ਸੀਸ ਕੋ ਲਿਆਵੇ, ਬੂਝਤ ਤਾਹੇ ਸਮੀਪ ਬਿਠਾਏ। ਫਿਰ ਮਹਾਰਾਜ ਗੁਰੂ ਗੋਬਿੰਦ ਰਾਏ ਸਾਹਿਬ ਜੀਆਂ ਨੇ ਆਪ ਬਖਸ਼ਿਸ਼ ਕੀਤੀ, ਆਵਾਜ਼ ਦਿੱਤੀ ਕਿ ਭਾਈ ਸਿੱਖੋ, ਜਰਾ ਉਹ ਸਿੱਖ ਨੂੰ ਵੀ ਸਾਡੇ ਪਾਸ ਬੁਲਾ ਕੇ ਲਿਆਓ ਜਿਹੜੇ ਦਿੱਲੀਪੁਰ ਤੋਂ ਸਾਡੇ ਪਿਤਾ ਗੁਰਦੇਵ ਜੀ ਕੇ ਸੀਸ ਲੈ ਕਰਕੇ ਆਏ ਹਨ। ਜਿਵੇਂ ਇਸ ਗ੍ਰੰਥ ਵਿੱਚ ਤੇ ਉਹਨਾਂ ਦੇ ਨਾਮ ਦਾ ਜ਼ਿਕਰ ਨਹੀਂ ਸਾਨੂੰ ਮਿਲਦਾ, ਪਰੰਤੂ ਤਵਾਰੀਖ ਗੁਰੂ ਖਾਲਸਾ ਵਿੱਚ ਉਹਨਾਂ ਦਾ ਨਾਮ ਭਾਈ ਜੈਤਾ ਜੀ, ਇਹ ਜਦੋਂ ਗੁਰੂ ਕੇ ਖੰਡੇ ਬਾਟੇ ਦੀ ਪੌਲ ਉਹਨਾਂ ਨੇ ਲਈ, ਨਾਮ ਭਾਈ ਜੀਵਨ ਸਿੰਘ ਲਿਖਿਆ ਮਿਲਦਾ, ਜਿਹੜੇ ਬੜਾ ਲੰਬਾ ਸਮਾਂ ਫਿਰ ਮਹਾਰਾਜ ਜੀ ਕੇ ਸੰਗ ਜੰਗਾਂ ਵਿੱਚ ਵੀ ਲੜਦੇ ਰਹੇ, ਅਖੀਰ ਸ਼ਹਾਦਤ ਨੂੰ ਪ੍ਰਾਪਤ ਹੋਏ। ਸੋ ਆਵਾਜ਼ ਦਿੱਤੀ ਕਿ ਭਾਈ ਸਿੱਖੋ ਇਉਂ ਕਰੋ, ਹੁਣ ਉਸ ਸਿੱਖ ਨੂੰ ਬੁਲਾਓ ਇੱਥੇ ਭਰੀ ਸੰਗਤ ਦੇ ਇਕੱਠ ਵਿੱਚ। ਜਿਸ ਸਿੱਖ ਨੇ ਆਪਣੇ ਪ੍ਰਾਣ ਤਲੀ ਤੇ ਰੱਖ ਕਰਕੇ ਇਹ ਮਹਾਨ ਸੇਵਾ ਕੀਤੀ ਹੈ, ਪਿਤਾ ਗੁਰਦੇਵ ਜੀ ਕੇ ਸਿੱਖ ਦਿੱਲੀ ਤੋਂ ਇੱਥੇ ਅਨੰਦਪੁਰ ਸਾਹਿਬ ਤੱਕ ਲੈ ਕਰਕੇ ਆਏ ਹਨ। ਜਰਾ ਉਹਨਾਂ ਪਾਸੋਂ ਆਪਾਂ ਸਾਰਾ ਹਾਲ ਸੁਣਦੇ ਹਾਂ, ਕਿਉਂਕਿ ਉਹ ਉਸ ਸਮੇਂ ਦੇ ਚਸ਼ਮਦੀਦ ਗਵਾਹ ਨੇ। ਜਿਸ ਵਕਤ ਔਰੰਗਜ਼ੇਬ ਦੇ ਹੁਕਮ ਆ ਚੁੱਕੇ ਨੇ, ਕਾਜ਼ੀਆਂ ਵੱਲੋਂ ਫਤਵੇ ਫਰਮਾਨ ਲੱਗ ਚੁੱਕੇ ਨੇ, ਤੇ ਜਲਾਦ ਨੇ ਮਹਾਰਾਜ ਜੀ ਕਾ ਸੀਸ ਤੇਗ ਦੇ ਵਾਰ ਦੇ ਨਾਲ ਕਲਮ ਕੀਤਾ। ਸੋ ਉਸ ਸਿੱਖ ਨੂੰ ਇੱਥੇ ਭਰੀ ਸੰਗਤ ਵਿੱਚ ਬੁਲਾ ਕਰਕੇ ਉਹਦੇ ਤੋਂ ਸਾਰਾ ਹਾਲ ਜਾਣਨਾ ਹੈ ਜੀ। ਕਹੋ ਕਰ ਤੋ ਕੋ ਪ੍ਰਾਪਤ ਪਾ ਕਿਨਹੂ ਨਾ ਪਿਖਿਓ, ਨਾ ਕਹੂੰ ਅਟਕਾਏ। ਫਿਰ ਜਿਵੇਂ ਮਹਾਰਾਜ ਜੀ ਕੇ ਹੁਕਮਾਂ ਸਹਿਤ ਉਹ ਸਿੱਖ ਨੂੰ ਮਹਾਰਾਜ ਕੀ ਹਾਜ਼ੂਰੀ ਦੇ ਅੰਦਰ ਹਾਜ਼ਰ ਕੀਤਾ, ਪਾਸ ਬੁਲਾਇਆ। ਮਹਾਰਾਜ ਨੇ ਬੜੇ ਅਦਬ ਯੁਕਤ ਤੋਂ ਸਿੱਖ ਨੂੰ ਆਪਣੇ ਪਾਸ ਬਿਠਾਇਆ ਸੀ, ਕਿਉਂਕਿ ਇਹੀ ਉਹ ਥਾਂ ਹੈ, ਇੱਥੇ ਹੀ ਉਹ ਹਵਾਲਾ ਹੈ ਜਿਸ ਵਕਤ ਸਾਨੂੰ ਇਤਿਹਾਸ ਵਿੱਚ ਪੜ੍ਹਨ ਨੂੰ ਮਿਲਦਾ ਹੈ। ਮਹਾਰਾਜ ਨੇ ਜਿਸ ਵਕਤ ਸਾਰੀ ਗਾਥਾ ਉਸ ਸਿੱਖ ਦੇ ਮੁਖ ਤੋਂ ਸੁਣੀ, ਜਿਵੇਂ ਸ਼ਹਾਦਤ ਹੋਈ, ਜਿਵੇਂ ਉਸਨੇ ਸੀਸ ਦੀ ਸੇਵਾ ਕੀਤੀ, ਜਿੰਨੀਆਂ ਅਟਕਣਾਂ ਚੋਂ ਲੰਘ ਕਰਕੇ ਉਹ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਿਆ। ਫਿਰ ਗੁਰਦੇਵ ਨੇ ਬੜੇ ਪਿਆਰ ਵਿੱਚ ਆ ਕਰਕੇ ਉਸ ਸਿੱਖ ਨੂੰ ਆਪਣੇ ਸੀਨੇ ਨਾਲ ਲਾਇਆ ਸੀ ਤੇ ਇਹ ਅਸੀਸ ਦਿੱਤੀ ਸੀ, ਰੰਗ ਰੇਟੇ ਗੁਰੂ ਕੇ ਬੇਟੇ। ਭਾਵ ਜੋ ਕਾਰਜ ਇੱਕ ਪੁੱਤਰ ਨੇ ਕਰਨੇ ਲੋੜੀਂਦੇ ਹੁੰਦੇ ਨੇ, ਜੋ ਕਾਰਜ ਇੱਕ ਪੁੱਤਰ ਨੂੰ ਕਰਨੇ ਬਣਦੇ ਨੇ, ਆਪ ਜੀਆਂ ਨੇ ਇਸ ਵਕਤ ਹਾਜ਼ਰ ਹੋ ਕਰਕੇ ਕੀਤੇ ਹਨ, ਤੁਸੀਂ ਗੁਰੂ ਕੇ ਪੁੱਤਰ। ਸੋ ਇਸ ਵਕਤ ਜਦੋਂ ਪਾਸ ਬੁਲਾਇਆ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਬੜੇ ਅਦਬ ਯੁਕਤ ਆਪਣੇ ਪਾਸ ਆਪਣੇ ਆਸਣਾਂ ਤੇ ਉਸ ਨੂੰ ਪਾਸ ਬਿਠਾਇਆ, ਤੇ ਨਾਲ ਹੀ ਭਰੀ ਸੰਗਤ ਦੇ ਵਿੱਚ ਉਹਨਾਂ ਤੋਂ ਪੁੱਛਣ ਲੱਗੇ ਕਿ ਭਾਈ ਸਿੱਖ ਜੀ ਜਰਾ ਵਿਸਤਾਰ ਸਹਿਤ ਦੱਸੋ ਵੀ ਤੁਸਾਂ ਨੇ ਸੇਵਾ ਕਿਵੇਂ ਕੀਤੀ ਹੈ, ਕੀ ਮੁਸ਼ਕਲਾਂ ਆਈਆਂ, ਕਿਵੇਂ ਤੁਹਾਨੂੰ ਮਹਾਰਾਜ ਜੀ ਕੇ ਪਵਿੱਤਰ ਸੀਸ ਉਸ ਸਥਾਨ ਤੋਂ ਪ੍ਰਾਪਤ ਹੋਏ। ਕਿਉਂਕਿ ਹੁਕਮਰਾਨਾਂ ਵਿੱਚੋਂ ਇਹ ਸਭ ਸੇਵਾ ਕਰਨੀ ਸਾਨੂੰ ਵੀ ਪਤਾ ਕੋਈ ਸੌਖੀ ਗੱਲ ਨਹੀਂ ਸੀ, ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਅੰਦਰ ਸਿਪਾਹੀ ਲੱਗੇ ਹੋਣ, ਉਸ ਕਰੜੇ ਪਹਿਰੇ ਦੇ ਵਿੱਚੋਂ ਸੀਸ ਲੈ ਕਰਕੇ ਦਿੱਲੀ ਤੋਂ ਨਿਕਲਣਾ, ਇਹ ਵੀ ਬਹੁਤ ਵੱਡੀ ਇੱਕ ਸੇਵਾ ਹੈ। ਉਹ ਕਹਿ ਲਈਏ ਵੀ ਇਹ ਸਿੱਖ ਨੇ ਵੀ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਕੇ ਹੀ ਸੇਵਾ ਕੀਤੀ ਹੈ। ਸੋ ਆਪ ਆਪਣੇ ਮੁਖ ਤੋਂ ਦੱਸੋ, ਕਿਨਹੂ ਨਾ ਪਿਖਿਓ, ਤੁਹਾਨੂੰ ਰਾਹ ਵਿੱਚ ਕਿਸੇ ਵੇਖਿਆ ਨਹੀਂ, ਜਾਂ ਉਸ ਸਥਾਨ ਤੇ ਜਦੋਂ ਤੁਸੀਂ ਮਹਾਰਾਜ ਕੇ ਸੀਸ ਪ੍ਰਾਪਤ ਕੀਤੇ, ਜਿਸ ਸਥਾਨ ਤੇ ਸਿਰ ਚਾਂਦਨੀ ਚੌਕ ਵਿੱਚ ਮਹਾਰਾਜ ਜੀ ਕੀ ਸ਼ਹਾਦਤ ਹੋਈ, ਉੱਥੋਂ ਸੀਸ ਜਦੋਂ ਚੁੱਕਿਆ
ਨਾ ਕਹੂੰ ਕੋ ਟਕਾਏ। ਤੁਹਾਨੂੰ ਰਸਤੇ ਵਿੱਚ ਉਸ ਵਕਤ ਕਿਸੇ ਵੇਖਿਆ ਨਹੀਂ, ਜਾਂ ਕਿਸੇ ਚੱਕਦੇ ਹੋਏ, ਜਾਂ ਜਦੋਂ ਲੈ ਕੇ ਤੁਸੀਂ ਆ ਰਹੇ ਸੀ, ਜਾਂ ਜਿਨ੍ਹਾਂ ਰਾਹਾਂ ਤੋਂ ਤੁਸੀਂ ਲੰਘ ਰਹੇ ਸੀ, ਕਿਉਂਕਿ ਸਾਨੂੰ ਪਤਾ ਲੱਗਿਆ ਵੀ ਉੱਥੇ ਬਹੁਤ ਵੱਡੇ ਇਕੱਠ ਸਨ, ਕਰੜੇ ਪਹਿਰੇ ਸਨ। ਸੋ ਇਹ ਜਿਤਨੀ ਵੀ ਸੇਵਾ ਆਪ ਜੀ ਨੇ ਕੀਤੀ ਹੈ ਤਾਂ ਗੁਰੂ ਕੀ ਮੌਜ, ਗੁਰੂ ਕੀ ਕਿਰਪਾ ਹੀ, ਲੇਕਿਨ ਫਿਰ ਵੀ ਆਪਣੇ ਮੁਖ ਤੋਂ ਬੋਲ ਕਰਕੇ ਆਪ ਦੱਸੋ ਵੀ ਇਹ ਸਾਰੀ ਸੇਵਾ ਦੌਰਾਨ ਆਪ ਜੀਆਂ ਨੂੰ ਕਿੱਥੇ ਕਿੱਥੇ ਕੀ ਮੁਸ਼ਕਲ ਆਈ ਹੈ ਜੀ। ਰਾਖੇ ਖਰੇ ਗਨ ਹੋਏ ਸੁਚੇਤ, ਅਚੇਤ ਪਏ ਕਿਮ ਦੇਹੋ ਬਤਾਏ। ਕਿਉਂਕਿ ਆਪ ਹੀ ਦੱਸ ਰਹੇ ਸੀ ਕਿ ਬਹੁਤ ਕਰੜੇ ਪਹਿਰੇ ਲਾਏ ਸੀ ਬਾਦਸ਼ਾਹ ਨੇ, ਬਹੁਤ ਹਜ਼ਾਰਾਂ ਦੀ ਗਿਣਤੀ ਸਿਪਾਹੀ ਲਾਏ ਸੀ ਉਸ ਥਾਂ ਤੇ, ਕਿਉਂਕਿ ਇਕੱਠ ਬਹੁਤ ਉੱਥੇ ਭਾਰੀ ਇਕੱਠ ਸਨ। ਸੋ ਜਿਵੇਂ ਇਤਨਾ ਕਰੜੇ ਪਹਿਰੇ ਦੇ ਵਿੱਚੋਂ ਆਪ ਸੀਸ ਲੈ ਕਰਕੇ ਨਿਕਲਿਓ। ਰਾਖੇ ਖਰੇ ਗਨ ਹੋਏ ਸੁਚੇਤ, ਬਹੁਤ ਸੁਚੇਤ ਹੋ ਕੇ ਬੜੇ ਸ਼ਸਤਰਬੱਧ ਸਿਪਾਹੀ ਉਸ ਥਾਂ ਤੇ ਖੜੇ ਸਨ ਜਿਸ ਥਾਂ ਤੇ ਸਾਰਾ ਕਾਰਾ ਕੀਤਾ ਜਾ ਰਿਹਾ, ਮਹਾਰਾਜ ਜੀਆਂ ਨੂੰ ਸ਼ਹੀਦ ਕੀਤਾ ਜਾਣਾ ਹੈ। ਅਚੇਤ ਭਏ ਕਿਮ, ਫਿਰ ਇਹ ਵੀ ਦੱਸੋ ਵੀ ਇੰਨੇ ਕਰੜੇ ਪਹਿਰੇ ਦੇ ਵਿੱਚੋਂ ਕੀ ਉਸ ਉੱਥੇ ਕਿਸੇ ਵੀ ਸਿਪਾਹੀ ਨੂੰ ਪਤਾ ਨਹੀਂ ਲੱਗਿਆ? ਅਚੇਤ ਕਿਵੇਂ ਪੈ, ਭਾਵ ਉਹਨਾਂ ਦੇ ਵਿੱਚੋਂ ਆਪ ਸੀਸ ਲੈ ਕਰਕੇ ਕਿਵੇਂ ਨਿਕਲ ਆਏ? ਇਹ ਅਚੇਤ ਭਏ ਕਿਮ ਦੇਹੋ ਬਤਾਏ। ਮਹਾਰਾਜ ਤੇ ਜਾਣਦੇ ਨੇ, ਕਿਉਂਕਿ ਸਹਾਇਤਾ ਕਰਨ ਵਾਲੇ ਵੀ ਗੁਰਦੇਵ ਆਪ ਹੀ ਨੇ, ਲੇਕਿਨ ਸਾਰੀ ਸੰਗਤ ਦੇ ਸਨਮੁਖ ਉਸ ਸਿੱਖ ਦੀ ਸੇਵਾ ਨੂੰ ਪ੍ਰਗਟ ਕਰਨਾ ਹੈ, ਉਸ ਦੀ ਵਡਿਆਈ ਨੂੰ ਵੀ ਪ੍ਰਗਟ ਕਰਨਾ ਹੈ। ਵੀ ਜੇ ਸਿੱਖ ਚਾਹਵੇ ਤੇ ਆਪਣੇ ਪ੍ਰਾਣਾਂ ਨੂੰ ਦਾਤ ਤੇ ਲਾ ਕੇ ਵੀ ਗੁਰੂ ਦੀ ਸੇਵਾ ਵਿੱਚ ਹਾਜ਼ਰ ਰਹਿੰਦਾ। ਸੋ ਭਰੀ ਸੰਗਤ ਦੇ ਅੰਦਰ ਲਾਲ ਗੋਬਿੰਦ ਰਾਏ ਜੀ ਹੋਰਾਂ ਨੇ ਆਏ ਹੋਏ ਉਸ ਪਿਆਰ ਵਾਲੇ ਸਿੱਖ ਭਾਈ ਜੈਤਾ ਜੀ, ਜਿਨ੍ਹਾਂ ਦੇ ਨਾਮ ਨੇ, ਪਾਸ ਬਿਠਾ ਕਰਕੇ ਦੱਸਿਆ ਕਿ ਆਪ ਸਾਰੀ ਸੰਗਤ ਵਿੱਚ ਇਹ ਦੱਸਣਾ ਕਰੋ ਜੀ। ਹਾਥ ਕੋ ਜੋਰ ਬਖਾਨ ਕਰਿਓ, ਗੁਰਦੇਵ ਸਹਾਇ ਤੇ ਕਾਜ ਸਰੇ। ਕਿ ਪ੍ਰਥਮ ਜਦੋਂ ਸਵਾਲ ਕੀਤਾ ਨਾ ਲਾਲ ਗੋਬਿੰਦ ਰਾਏ ਜੀ ਹੋਰਾਂ ਸਤਿਗੁਰੂ ਜੀ ਨੇ, ਫਿਰ ਉਹ ਜਿਹੜਾ ਸਿੱਖ ਸੀ ਪ੍ਰਥਮ ਹੱਥ ਜੋੜ ਕੇ ਬੇਨਤੀ ਕਰਦਾ, ਗਰੀਬ ਨਿਵਾਸ ਸਤਿਗੁਰੂ, ਠੀਕ ਹੈ, ਇਹ ਕਾਰਜ ਗੁਰੂ ਨੇ ਸਾਡੇ ਤੋਂ, ਇਹ ਸਰੀਰ ਤੋਂ ਲਿਆ ਹੈ। ਪ੍ਰਥਮ ਬੇਨਤੀ ਹੈ ਕਿ ਇਹ ਵੀ ਸਭ ਆਪ ਜੀ ਕੀ ਕਿਰਪਾ ਸਦਕਾ ਹੀ ਹੋਇਆ। ਜੇ ਤੁਹਾਡੀ ਕਿਰਪਾ ਨਾ ਹੁੰਦੀ ਤੇ ਮੈਂ ਇਹ ਸੇਵਾ ਨਹੀਂ ਕਰ ਸਕਦਾ ਸੀ। ਇਹ ਤੇ ਸਾਰਾ ਕਾਰਜ ਤੁਹਾਡੀ ਕਿਰਪਾ ਨਾਲ ਹੋਇਆ। ਹਾਥ ਕੋ ਜੋਰ ਬਖਾਨ ਕਰਿਓ, ਹੱਥ ਜੋੜ ਕੇ ਬੇਨਤੀ ਕਰ ਰਿਹਾ ਪ੍ਰਥਮ ਸਿੱਖ, ਗੁਰਦੇਵ ਸਹਾਇ ਤੇ ਕਾਜ ਸਰ। ਆਪ ਜੀ ਕੀ, ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਕਿਰਪਾ ਯੁਕਤ ਕਿਰਪਾ ਸਦਕਾ ਹੀ ਇਹ ਕਾਰਜ ਅਸੀਂ ਕੀਤੇ ਹਨ। ਸੀਸ ਉਡਿਓ ਤਰ ਤੇ ਜਬ ਹੀ ਬਹੁ ਧੂਰ ਉੜੀ ਸਭ ਨੈਣ ਪਰੇ। ਕਹਿਣ ਲੱਗੇ ਉਸ ਵਕਤ ਕੁਝ ਐਸਾ ਕਾਰਨਾਮਾ ਵਾਪਰਿਆ, ਉਸ ਵਕਤ ਐਸਾ ਹਾਲ ਹੋਇਆ ਜਿਸ ਵਕਤ ਜਲਾਦ ਨੇ ਆਪਣੇ ਹੱਥ ਵਿੱਚ ਤੇਗ ਲੈ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਸੀਸ ਤੇ ਵਾਰ ਕੀਤਾ, ਧੌਣ ਤੇ ਵਾਰ ਕੀਤਾ, ਤੇ ਉਸ ਵਕਤ ਮਹਾਰਾਜ ਜੀ ਦਾ ਜੋ ਸੀਸ ਹੈ ਉਹ ਧੜ ਨਾਲੋਂ ਜੁਦਾ ਹੋ ਕਰਕੇ ਦੂਰ ਜਾ ਕਰਕੇ ਡਿੱਗਿਆ ਹੈ, ਕਿਉਂਕਿ ਬੜੇ ਜ਼ੋਰ ਨਾਲ ਉਸਨੇ ਇਹ ਵਾਰ ਕੀਤਾ। ਮਹਾਰਾਜ ਜੀ ਦਾ ਜੋ ਪਵਿੱਤਰ ਧੜ ਸੀ, ਸਰੀਰ ਸੀ, ਉਹ ਉੱਥੇ ਨਿਸਲ ਹੋ ਗਿਆ। ਸੀਸ ਜਿਹੜਾ ਸੀ ਉਹ ਵਾਰ ਦੇ ਨਾਲ ਕੁਝ ਦੂਰ ਜਾ ਕਰਕੇ, ਸਰੀਰ ਤੋਂ ਕੁਝ ਦੂਰ ਜਾ ਕਰਕੇ ਡਿੱਗਿਆ ਹੈ, ਕਿਉਂਕਿ ਵਾਰ ਬੜੇ ਜ਼ੋਰ ਦਾ ਕੀਤਾ ਉਸ ਦੁਸ਼ਟ ਜਲਾਦ ਨੇ। ਸੋ ਜਿਵੇਂ ਮਹਾਰਾਜ ਜੀ ਦਾ ਸੀਸ ਉਸ ਥਾਂ ਤੋਂ ਕੁਝ ਦੂਰੀ ਤੇ ਜਾ ਕਰਕੇ ਡਿੱਗਿਆ, ਪਾਸ ਹੀ ਉੱਥੇ ਸੇਵਾ ਹਾਜ਼ਰ ਅਸੀਂ ਖੜੇ ਸੀ, ਲੇਕਿਨ ਖੁਦਾ ਨੇਤ ਪਰਮਾਤਮਾ ਦੀ ਕਰਨੀ ਉਸ ਵਕਤ, ਐਨ ਉਸੇ ਵਕਤ, ਉਸ ਸਮੇਂ ਮੌਸਮ ਨੇ ਕਰਵਟ ਲਈ ਤੇ ਇੱਕ ਭਾਰੀ ਭਿਅੰਕਰ ਹਨੇਰੀ ਜਿਹੜੀ ਹੈ ਉਹ ਚੜੀ। ਇਤਨੀ ਤੇਜ਼ੀ ਵਿੱਚ ਹਵਾ ਬਈ ਕਿ ਕਿਸੇ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ। ਇਤਨੀ ਤੇਜ਼ ਹਨੇਰ ਚੜਿਆ, ਉਹ ਕਹਿ ਲਈਏ ਲਾਲ ਹਨੇਰੀ। ਸੀਸ ਉਡਿਓ ਧਰਤੇ ਜਬ ਹੀ ਬਹੁਤ ਦੂਰ ਉਡੀ ਸਭ ਨੈਣੋ ਪਾਈ। ਜਿਵੇਂ ਕੁਦਰਤ ਨੇ ਆਪ ਸਾਡੀ ਸਹਾਇਤਾ ਕੀਤੀ, ਜਿਤਨੇ ਵੀ ਨੇਤਰ ਉੱਥੇ ਸਿਪਾਹੀਆਂ ਦੇ ਇਹ ਵੇਖਣ ਵਾਲੇ ਸਨ ਵੀ ਸੀਸ ਕੌਣ ਚੁੱਕ ਰਿਹਾ, ਮਾਨੋ ਇਸ ਕਰਤੇ ਦੀ ਕਾਇਨਾਤ ਕੁਦਰਤ ਨੇ ਆਪ ਉਹਨਾਂ ਅੱਖਾਂ ਦੇ ਵਿੱਚ ਮਿੱਟੀ ਪਾ ਦਿੱਤੀ, ਹਨੇਰਾ ਪਾ ਕੇ ਧੂੜ ਪਾ ਦਿੱਤੀ, ਵੀ ਉੱਥੇ ਕਿਸੇ ਨੂੰ ਕੁਝ ਦਿਸਿਆ ਹੀ ਨਹੀਂ। ਬਸ ਇੰਨਾ ਕੁ ਸਮਾਂ ਸਾਨੂੰ ਪ੍ਰਾਪਤ ਹੋਇਆ। ਉਨੇ ਸਮੇਂ ਦੇ ਵਿੱਚ ਅਸੀਂ ਨੇ ਜਲਦੀ ਦੇ ਨਾਲ ਮਹਾਰਾਜ ਜੀ ਦਾ ਜੋ ਸੀਸ ਹੈ ਉਸ ਨੂੰ ਅਦਬਯੁਕਤ ਸਾਂਭ ਲਿਆ ਕਿ ਕਿਤੇ ਇਹ ਦੁਸ਼ਟ ਮਹਾਰਾਜ ਜੀ ਕੇ ਸੀਸ ਦੀ ਬੇਅਦਬੀ ਕਰਨ। ਜਿਤਨੇ ਸਮੇਂ ਹਨੇਰ ਚੜਿਆ ਹੈ ਉਹਨਾਂ ਨੂੰ ਦਿਸਣਾ ਬੰਦ ਹੋਇਆ। ਇਹ ਠੀਕ ਉਹ ਸਮਾਂ ਹੈ ਜਿਸ ਵਕਤ ਜਲਾਦ ਨੇ ਮਹਾਰਾਜ ਜੀ ਕੇ ਸੀਸ ਤੇ ਵਾਰ ਕੀਤਾ ਤੇ ਕੁਦਰਤ ਦਾ ਕਹਿਰ ਵਰਸਣਾ ਸ਼ੁਰੂ ਹੋਇਆ। ਉਸੇ ਵਕਤ ਹੀ ਅਸੀਂ ਨੇ ਇਹ ਸੇਵਾ ਲੈ ਲਈ ਹੈ ਜੀ। ਨਾ ਕਿਨਹੂ ਅਵਲੋਕਨ ਕੀਨ ਲਿਓ ਮੈਂ ਸੰਭਾਲਣਾ ਹੀ ਡਰੇ। ਕਿਉਂਕਿ ਉਸ ਵਕਤ ਅਸੀਂ ਮਹਾਰਾਜ ਜੀ ਕੀ ਹਜ਼ੂਰੀ ਵਿੱਚ ਖੜੇ ਸਨ, ਗੁਰੂ ਹੁਕਮਾਂ ਸਹਿਤ ਹੀ ਖੜੇ ਸਨ ਭਾਈ ਜੈਤਾ ਜੀ।
ਸੋ ਜਿਵੇਂ ਹੀ ਮਹਾਰਾਜ ਜੀ ਦਾ ਸੀਸ ਧੜ ਤੋਂ ਜੁਦਾ ਹੋਇਆ ਜਲਾਦ ਦੀ ਤਲਵਾਰ ਦੇ ਵਾਰ ਨਾਲ, ਉਸੇ ਵਕਤ ਹੀ ਪਾਸ ਹੋ ਕਰਕੇ ਬੜੀ ਤੇਜ਼ੀ ਨਾਲ ਮਹਾਰਾਜ ਜੀ ਕੇ ਸੀਸ ਦੀ ਅਸੀਂ ਸੰਭਾਲ ਕਰ ਲਈ। ਭਾਵ ਬੇਅਦਬੀ ਨਹੀਂ ਹੋਣ ਦਿੱਤੀ। ਗੁਰੂ ਕੇ ਸਿੱਖ ਨੇ ਆਪਣੇ ਪ੍ਰਾਣਾਂ ਨੂੰ ਵੀ ਦਾਅ ਤੇ ਲਾ ਦਿੱਤਾ। ਨਾਲ ਹੀ ਹਨੇਰ ਇਤਨਾ ਤੇਜ਼ ਹੈ ਵੀ ਕਿਸੇ ਨੂੰ ਕੁਝ ਨਹੀਂ ਦਿਸਿਆ। ਜੇ ਦਿਸਿਆ ਵੀ ਹੋਵੇ ਤੇ ਅਸੀਂ ਕਹਿ ਸਕਦੇ ਹਾਂ ਮਹਾਰਾਜ ਦੀ ਕਿਰਪਾ ਯੁਗ ਤੋਂ ਕੁਝ ਬੋਲ ਨਹੀਂ ਸਕਿਆ। ਲਿਓ ਨ ਅਵਲੋਕਨ ਕੀਨ, ਲਿਓ ਮੈਂ ਸੰਭਾਲਣਾ ਹੀ ਡਰੇ। ਉਸ ਵਕਤ ਐਸੀ ਗੁਰੂ ਕੀ ਕਿਰਪਾ ਹੋਈ, ਕੋਈ ਡਰ ਨਹੀਂ ਲੱਗਿਆ ਤੇ ਨਾਲ ਹੀ ਬੜੀ ਜਲਦੀ ਨਾਲ ਅਸੀਂ ਅੱਗੇ ਹੋ ਕਰਕੇ ਮਹਾਰਾਜ ਜੀ ਕੇ ਸੀਸ ਨੂੰ ਸੰਭਾਲਦਿਆਂ ਹੋਇਆਂ ਜੀ। ਰੋਰ ਪਰਿਓ ਸਭ ਮੈਂ ਸੁਣ ਕੇ, ਚਲ ਸਿੰਘ ਪਰਿਓ ਗੈਬੋ ਨਾ ਕਰੇ। ਨਾਲ ਉਸੇ ਵਕਤ ਹਾਹਾਕਾਰ ਮਚ ਗਈ, ਕਿਉਂਕਿ ਪਿੱਛੇ ਆਪਾਂ ਇਹ ਸਾਰੀ ਸਾਖੀ ਪੜ੍ਹੀ ਹੈ ਜਿੱਥੇ ਮਹਾਰਾਜ ਜੀ ਕੇ ਸੀਸ ਬਾਦਸ਼ਾਹ ਦੇ ਹੁਕਮਾਂ ਦੇ ਸਹਿਤ ਧੜ ਤੋਂ ਜੁਦਾ ਕੀਤੇ ਜਲਾਦ ਨੇ, ਜਿੱਥੇ ਮਹਾਰਾਜ ਜੀ ਕੀ ਸ਼ਹਾਦਤ ਹੋਈ। ਹੁਣ ਉੱਥੇ ਹਜ਼ਾਰਾਂ ਦੇ ਇਕੱਠ ਨੇ, ਸਾਰੇ ਦਿੱਲੀ ਸ਼ਹਿਰ ਦੀ ਲੋਕਾਈ ਉੱਥੇ ਇਕੱਠੀ ਹੋਈ ਹੈ। ਵੱਖ-ਵੱਖ ਮਤਾਂ ਦੇ ਲੋਕ, ਜਿਵੇਂ ਸਨਾਤਨੀ ਵੀ ਨੇ ਜਿਨ੍ਹਾਂ ਦੇ ਧਰਮ ਲਈ ਮਹਾਰਾਜ ਸ਼ਹਾਦਤ ਦੇ ਰਹੇ ਨੇ, ਪਿਆਰ ਵਾਲੇ ਇਸਲਾਮੀ ਵੀ ਨੇ ਜਿਹੜੇ ਮਹਾਰਾਜ ਜੀ ਕੇ ਸਾਥ ਪਿਆਰ ਕਰਦੇ ਸਨ, ਤੇ ਸਿੱਖ ਵੀ ਨੇ ਵਿੱਚ ਬਹੁਤ ਸਾਰੇ ਜਿਨ੍ਹਾਂ ਦਾ ਪ੍ਰੇਮ ਹੈ ਆਪਣੇ ਗੁਰੂ ਨਾਲ। ਬਹੁਤ ਸਨ, ਇਕੱਠ ਬਹੁਤ ਭਾਰੀ ਹੈ। ਜਿਵੇਂ ਮਹਾਰਾਜ ਜੀ ਕੀ ਸ਼ਹਾਦਤ ਹੋਈ, ਇੱਕ ਤੇ ਇਹ ਕਹਿ ਲਈਏ ਵੀ ਸੰਗਤ ਦਾ ਹਿਰਦਾ ਉਸੇ ਵਕਤ ਵਿਆਕੁਲ ਹੋ ਗਿਆ। ਦੁੱਖ ਨਾਲ, ਹਾਏ ਨਾਲ ਚੀਕ ਨਿਕਲ ਗਈ, ਧਾਹਾਂ ਨਿਕਲ ਗਈਆਂ। ਜਿਤਨੀ ਲੋਕਾਈ ਖੜੀ ਸੀ ਸਾਰੀ ਕੁਰਲਾ ਉੱਠੀ ਵੀ ਇਹ ਕੀ ਜ਼ੁਲਮ ਹੋਇਆ। ਦੂਸਰਾ, ਕੁਦਰਤ ਦੇ ਕਹਿਰ ਐਸਾ ਵਰਤਿਆ ਵੀ ਤਿੱਖੇ ਹਨੇਰ ਚੱਲ ਪਿਆ, ਧੂਲ ਉੱਡ ਪਈ। ਇਹ ਦੋ ਕਾਰਨ ਬਣੇ। ਹਾਹਾਕਾਰ ਮਚ ਗਈ, ਹੈ ਸਭ ਜਗ ਪਏ। ਇਤਨਾ ਭਾਰੀ ਕੋਲਾਹਲ ਹੋ ਗਿਆ, ਇੰਨੀ ਭਾਰੀ ਹਾਹਾਕਾਰ ਮੱਚੀ ਵੀ ਕਿਸੇ ਨੂੰ ਉਸ ਵਕਤ ਕੁਝ ਨਹੀਂ ਸੁੱਝ ਰਿਹਾ ਵੀ ਇਹ ਹੋਇਆ ਕੀ ਹੈ। ਦੂਸਰਾ, ਕੁਦਰਤ ਨੇ ਆਪਣੀ ਕਲਾ ਵਿਖਾ ਦਿੱਤੀ। ਬਸ ਇੰਨਾ ਕੁ ਸਮਾਂ ਗੁਰੂ ਕਿਰਪਾ ਨਾਲ ਸਾਨੂੰ ਮਿਲ ਗਿਆ। ਰੋਰ ਪਰਿਓ ਸਭ ਮੈਂ ਸੁਣ ਕਹਿ ਚਲ ਸ਼ੀਘਰ ਪਰੇ। ਉਸੇ ਵਕਤ ਹੀ ਅਸੀਂ ਇੱਕਦਮ ਮਹਾਰਾਜ ਜੀ ਕੇ ਉਸ ਸਥਾਨ ਤੇ ਪਹੁੰਚੇ ਜਿੱਥੇ ਸਿਪਾਹੀਆਂ ਦੇ ਪਹਿਰੇ ਕਰੜੇ ਪਹਿਰੇ ਸਨ, ਤੇ ਜਿੱਥੇ ਮਹਾਰਾਜ ਜੀ ਕੀ ਸ਼ਹਾਦਤ ਅਜੇ ਹੁਣੇ ਹੀ ਜਲਾਦ ਦੇ ਵਾਰ ਦੇ ਨਾਲ ਹੋਈ ਸੀ। ਸੀਸ ਨੂੰ ਸੰਭਾਲਿਆ ਤੇ ਉਸੇ ਤਰ੍ਹਾਂ ਉਹਨਾਂ ਪੈਰੀ ਹੀ ਇਹ ਸਿੱਖ ਨੇ ਵਾਪਸੀ ਜਿਹੜਾ ਆਪਣਾ ਸਫ਼ਰ ਹੈ ਸ਼੍ਰੀ ਅਨੰਦਪੁਰ ਵਾਲੇ ਪਾਸੇ, ਭਾਵ ਡਰ ਸੀ ਮਨ ਅੰਦਰ ਵੀ ਜੇ ਕਿਤੇ ਇੱਥੇ ਗ੍ਰਿਫਤਾਰ ਕਰ ਲਿਆ ਤੇ ਜੋ ਹੁਕਮ ਨੇ ਫਿਰ ਨਾਲ ਸਾਨੂੰ ਵੀ ਕਤਲ ਕਰ ਦੇਣਗੇ। ਚਲੋ ਸਿੱਖ ਮੌਤ ਤੋਂ ਨਹੀਂ ਡਰਦਾ, ਲੇਕਿਨ ਭਾਵ ਇਹ ਹੈ ਕਿ ਜੇ ਕਿਧਰੇ ਦੁਸ਼ਟ ਬਾਦਸ਼ਾਹ ਭਾਈ ਜੈਤਾ ਜੀ ਨੂੰ ਗ੍ਰਿਫਤਾਰ ਕਰਦਾ ਫਿਰ ਉਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਸੀਸ ਦੀ ਬੇਅਦਬੀ ਕਰੇਗਾ। ਇਸ ਲਈ ਬੇਅਦਬੀ ਦੇ ਭੈ ਤੋਂ ਇਹ ਸਿੱਖ ਨੇ ਬੜੀ ਫੁਰਤੀ ਦੇ ਨਾਲ ਇਹ ਜਾਣਿਆ ਕਿ ਇਸ ਹਨੇਰੀ ਦੇ ਅੰਦਰ ਹੀ ਮੈਂ ਇਹ ਦਿੱਲੀ ਸ਼ਹਿਰ ਪਾਰ ਕਰਕੇ ਕਿਸੇ ਪਾਸੇ ਨੂੰ, ਕਿਸੇ ਰਸਤੇ ਨੂੰ ਨਿਕਲਦਾ ਹਾਂ ਜੀ। ਔਰ ਕਠੋਰ ਖਰੇ ਨਰ ਕੇ ਤਿਕ, ਮੈਂ ਕਰ ਸਾਹਸ ਬੇਗ ਹੀ ਧਾਇਓ। ਬਹੁਤ ਸਾਰੇ ਸਿਪਾਹੀ ਉਹਦੇ ਖੜੇ ਸਨ। ਭੌਰ ਕੇ ਠੌਰ, ਕਿਸੇ ਨੂੰ ਕੁਝ ਦਿਸ ਨਹੀਂ ਰਿਹਾ ਸੀ, ਕਿਉਂਕਿ ਇੱਕ ਤੇ ਇਹ ਬਹੁਤ ਵੱਡਾ ਜ਼ੁਲਮ ਹੋਇਆ। ਦੂਸਰਾ, ਕੁਦਰਤ ਨੇ ਜੋ ਕ੍ਰੋਧ ਪ੍ਰਗਟ ਕੀਤਾ, ਇਹੀ ਆਪਾਂ ਕਵਾਂਗੇ ਜੋ ਹਨੇਰ ਚੱਲਿਆ। ਵੇਖ ਵੀ ਰਹੇ ਹੋਣਗੇ, ਵੇਖ ਰਹੇ ਵੀ ਸਨ, ਲੇਕਿਨ ਸੀਸ ਚੁੱਕ ਕੇ ਜਿਵੇਂ ਅਸੀਂ ਚੱਲੇ ਨਾ, ਉੱਥੇ ਕਿਸੇ ਦਾ ਕੋਈ ਹੀਆ ਨਹੀਂ ਪਿਆ ਸਾਨੂੰ ਰੋਕੇ, ਕਿਸੇ ਦੀ ਕੋਈ ਹਿੰਮਤ ਨਹੀਂ ਹੋਈ। ਸਭ ਦੇ ਸਨਮੁਖ ਅਸੀਂ ਮਹਾਰਾਜ ਜੀ ਕੇ ਸੀਸ ਨੂੰ ਸੰਭਾਲ ਕਰਕੇ ਤੇ ਉਸ ਸਥਾਨ ਤੋਂ ਚੱਲੇ। ਮੈਂ ਕਰ ਸਾਸ ਬੇਗ ਹੀ ਧਾਇਓ, ਬੜੀ ਹਿੰਮਤ ਦੇ ਨਾਲ, ਤੇ ਉਹ ਹਿੰਮਤ ਵੀ ਮਹਾਰਾਜ ਕੀ ਆਪਣੀ ਬਖਸ਼ੀ ਹੋਈ ਸੀ। ਉਸ ਹਿੰਮਤ ਦੇ ਨਾਲ ਦਿੱਲੀ ਸ਼ਹਿਰ ਦੇ ਵਿੱਚੋਂ ਅਸੀਂ ਨਿਕਲੇ ਹਾਂ ਜੀ। ਰੋਕ ਨਾ ਟੋਕ ਕਰੀ ਕਿਨਹੂ ਪੁਰ, ਤਿਆਗਤ ਆਪਣੇ ਪੰਥ ਸਿਧਾਇਓ। ਤੇ ਉਹ ਸਮਾਂ ਕੁਝ ਐਸਾ ਸੀ ਵੀ ਉਸ ਵਕਤ ਗੁਰੂ ਕਿਰਪਾ ਸਦਕਾ ਸਾਨੂੰ ਕੋਈ ਰੋਕਣ ਵਾਲਾ ਨਹੀਂ ਮਿਲਿਆ। ਜਿਸ ਵਕਤ ਦਿੱਲੀ ਸ਼ਹਿਰ, ਹਾਂ ਇਹ ਹੈ ਅੱਗੇ ਇਤਿਹਾਸ ਦਾ ਇੱਕ ਹਵਾਲਾ ਜ਼ਰੂਰ ਆਵੇਗਾ ਕਿ ਬਾਅਦ ਜਿਸ ਵਕਤ ਦਿੱਲੀ ਤੋਂ ਬਾਹਰ ਨਿਕਲਦੇ ਨੇ ਨਾ, ਤਲਾਸ਼ੀ ਹੋਈ ਹੈ, ਉੱਥੇ ਵੀ ਉਹਨਾਂ ਨੇ ਬੜੀ ਜੁਗਤ ਦੇ ਨਾਲ ਮਹਾਰਾਜ ਜੀ ਕੇ ਸੀਸ ਨੂੰ ਬਚਾਇਆ ਹੈ, ਬੜੇ ਤਰੀਕੇ ਨਾਲ। ਖੈਰ ਕਹਿਣ ਲੱਗੇ ਉੱਥੇ ਸਾਨੂੰ ਕਿਸੇ ਰੋਕਿਆ ਨਹੀਂ ਤੇ ਨਾ ਹੀ ਰਾਸਤੇ ਵਿੱਚ ਕੋਈ ਮਿਲਿਆ। ਜਲਦੀ ਨਾਲ ਅਸੀਂ ਉਹ ਸਥਾਨ ਤਿਆਗ ਕਰਕੇ ਤੇ ਆਪਣੇ ਮਾਰਗ, ਇਸ ਮਾਰਗ ਭਾਵ ਸ਼੍ਰੀ ਅਨੰਦਪੁਰ ਦੇ ਰਸਤੇ ਨੂੰ ਨਿਕਲਦੇ ਹਾਂ ਜੀ। ਸੋ ਪਸਚਾਤ ਲਗੇ ਸਭ ਖੋਜਨ, ਹੋਤ ਅਚੰਭ ਨਹੀਂ ਜਬ ਪਾਇਓ। ਤੇ ਉਸ ਤੋਂ ਬਾਅਦ ਫਿਰ ਜਿਸ ਵਕਤ ਜਿਵੇਂ ਉਹ ਹਨੇਰ ਰੁਕਦਾ ਹੈ, ਬਹੁਤੇ ਖੋਜਣ ਲੱਗੇ, ਕਿਉਂਕਿ ਜਿਵੇਂ ਭਾਈ ਦੈਤਾ ਜੀ ਆ ਰਹੇ ਸਨ ਨਾ, ਰਾਹਾਂ ਵਿੱਚ ਖਬਰਾਂ ਅਕਸਰ ਮਿਲ ਰਹੀਆਂ ਸਨ ਸਾਰੀਆਂ, ਕਿਉਂਕਿ ਇੱਕ ਦਿਨ ਦਾ ਸਫ਼ਰ ਨਹੀਂ ਸੀ, ਸਮਾਂ ਕੁਝ ਲੰਬੇਰਾ ਲੱਗਦਾ। ਸੋ ਸਾਰੀ ਖਬਰ ਰਾਹ ਦੇ ਵਿੱਚ ਮਿਲਦੀ ਜਾ ਰਹੀ ਹੈ। ਮਹਾਰਾਜ ਸੁਣਿਆ ਹੈ, ਕਿਉਂਕਿ ਉੱਥੋਂ ਤੇ ਉਹ ਨਿਕਲ ਆਏ, ਉਸ ਤੋਂ ਬਾਅਦ ਕੀ ਕੁਝ ਹੋਇਆ ਉਹਨਾਂ ਨੂੰ ਨਹੀਂ ਪਤਾ, ਲੇਕਿਨ ਰਸਤੇ ਵਿੱਚ ਜਿਵੇਂ ਜਿਵੇਂ ਸਾਨੂੰ ਸਾਰੀ ਖਬਰ ਦਿੱਲੀ ਦੀ ਮਿਲਦੀ ਰਹੀ,
ਉੱਥੋਂ ਇਹ ਸੁਣਿਆ ਹੈ ਕਿ ਉਹ ਬਹੁਤ ਸਮਾਂ ਮਹਾਰਾਜ ਜੀ ਦਾ ਸੀਸ ਖੋਜਦੇ ਰਹੇ ਹਨ ਵੀ ਕਿੱਧਰ ਗਿਆ ਚਲਾ, ਕਿੱਧਰ ਅਲੋਪ ਹੋ ਗਿਆ, ਕੌਣ ਲੈ ਗਿਆ, ਕਿਹੜਾ ਐਸਾ ਹੈ ਤੇ ਜਿਸਨੇ ਇਹ ਸਾਹਸ ਕੀਤਾ ਹੈ, ਜਿਸਨੇ ਇਹ ਤਾਕਤ ਦਿਖਾਈ ਹੈ। ਸੋ ਖੋਜਦੇ ਰਹੇ, ਲੇਕਿਨ ਉਹਨਾਂ ਲਈ ਇਹ ਇੱਕ ਅਚੰਭਾ ਹੀ ਰਿਹਾ, ਮਹਾਰਾਜ ਜੀ ਦਾ ਸੀਸ ਪ੍ਰਾਪਤ ਨਹੀਂ ਹੋਇਆ। ਤੇ ਮਿਲਣਾ ਵੀ ਕਿਵੇਂ ਸੀ ਜਦੋਂ ਗੁਰੂ ਕਾ ਸਿੱਖ ਇਹ ਸੀਸ ਲੈ ਕਰਕੇ ਆਪਣੇ ਰਸਤੇ ਨਿਕਲ ਚੁੱਕੇ ਹਨ। ਲੈ ਗਮਣਿਓ ਅਨੁਮਾਨ ਕਰੋ ਤਿਨ, ਸੋ ਅਸਵਾਰਨ ਬਿੰਦ ਚੜਾਇਓ। ਫਿਰ ਉਹਨਾਂ ਨੇ ਇੱਕ ਅਨੁਮਾਨ ਲਾਇਆ ਹੈ, ਜਿਵੇਂ ਆਪਾਂ ਕਈ ਵਾਰ ਕਹਿੰਦੇ ਆ ਨਾ ਕਿ ਬਾਅਦ ਵਿੱਚ ਫਿਰ ਕੋਈ ਨਾ ਕੋਈ ਆਈਡੀਆ ਲਾਇਆ ਵੀ ਜ਼ਰੂਰ ਕੋਈ ਨਾ ਕੋਈ ਇੱਥੇ ਐਸਾ ਹੈ ਸੀ ਜਿਹੜਾ ਮਹਾਰਾਜ ਕਾ ਸੀਸ ਇੱਥੋਂ ਲੈ ਕਰਕੇ ਨਿਕਲ ਗਿਆ ਹੈ। ਉਸ ਵਕਤ ਫਿਰ ਬਾਦਸ਼ਾਹ ਨੇ ਹੁਕਮ ਦਿੱਤੇ, ਜਿਤਨੇ ਵੀ ਉਸ ਵਕਤ ਮੁਖੀ ਉੱਥੋਂ ਦੇ ਇਹ ਸ਼ਾਹੀ ਫੌਜ ਦੇ ਸਰਦਾਰ ਕਹਿ ਲਈਏ, ਸੈਨਾਪਤ ਸਨ, ਉਹਨਾਂ ਨੇ ਫਿਰ ਫੌਜਾਂ ਚੜਾ ਦਿੱਤੀਆਂ ਕਿ ਜਾਓ ਦਿੱਲੀ ਦੇ ਪਹਿਰੇ ਕਰੜੇ ਕਰ ਦਿਓ, ਬਾਹਰ ਕੋਈ ਲੰਘ ਨਾ ਸਕੇ। ਸਮਾਂ ਉਹਨਾਂ ਕੁ ਹੈ ਕਿਉਂਕਿ ਉਸ ਵਕਤ ਭਾਈ ਜੈਤਾ ਜੀ ਵੀ ਪੈਦਲ ਤੁਰ ਰਹੇ ਨੇ। ਸੋ ਪਹਿਰੇ ਕਰੜੇ ਕਰ ਦਿਓ ਕਿ ਇੱਥੋਂ ਕੋਈ ਬਾਹਰ ਨਾ ਲੰਘ ਸਕੇ। ਉਸੇ ਵਕਤ ਉਹਨਾਂ ਨੇ ਹੁਕਮ ਦੇ ਦਿੱਤੇ, ਅਨੁਮਾਨ ਲਾ ਲਿਆ, ਅਸਵਾਰਨ ਬਰਿੰਦ ਚੜਾਇਓ। ਬਹੁਤ ਸਾਰੇ ਸਿਪਾਹੀ ਇਸ ਵਾਰ ਚੜਾ ਦਿੱਤੇ ਕਿ ਜਾ ਕੇ ਕਰੜੇ ਪਹਿਰੇ ਲਾ ਦਿਓ, ਬਿਨਾਂ ਤਲਾਸ਼ੀ ਤੋਂ ਕੋਈ ਇੱਕ ਵੀ ਮਨੁੱਖ ਇਸ ਦਿੱਲੀ ਸ਼ਹਿਰ ਤੋਂ ਬਾਹਰ ਨਾ ਨਿਕਲ ਸਕੇ। ਇੰਨਾ ਪਹਿਰਾ ਕਰੜਾ ਕਰ ਦਿਓ ਤਾਂ ਜੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜੋ ਸੀਸ ਹੈ ਉਹ ਸਮੇਂ ਦੇ ਹੁਕਮਰਾਨ ਬਾਦਸ਼ਾਹ ਔਰੰਗਜ਼ੇਬ ਦੇ ਸਨਮੁਖ ਰੱਖ ਕੇ ਤੇ ਦਿਖਾਇਆ ਜਾਵੇ ਵੀ ਆਹ ਦੇਖੋ ਸਾਡੀ ਗੱਲ ਨਹੀਂ ਮੰਨੀ, ਅਸੀਂ ਨੇ ਕਤਲ ਕਰ ਦਿੱਤਾ। ਸਮੁੱਚੀ ਲੋਕਾਈ ਨੂੰ ਵਿਖਾਉਣਾ ਚਾਹੁੰਦਾ ਸੀ ਬਾਦਸ਼ਾਹ। ਉਹਦੀ ਨੀਤੀ ਇਹ ਸੀ ਕਿ ਜਿਨ੍ਹਾਂ ਲਈ ਇਹ ਲੜ ਰਹੇ ਨੇ ਉਹਨਾਂ ਦੇ ਸਨਮੁਖ ਰੱਖ ਕੇ ਮੈਂ ਫਿਰ ਭੈ ਦੇਵਾਂਗਾ, ਕਿਉਂਕਿ ਆਖਰ ਉਸਨੇ ਆਪਣੀ ਚਾਲ ਵਿੱਚ ਕਾਮਯਾਬ ਹੋਣਾ ਸੀ। ਸਮੁੱਚੇ ਹਿੰਦੁਸਤਾਨ ਦੇਸ਼ ਨੂੰ ਉਹ ਇਸਲਾਮੀ ਬਣਾਉਣਾ ਚਾਹੁੰਦਾ ਸੀ, ਲੇਕਿਨ ਉਹਦੀ ਨੀਤੀ ਸੀ ਵੀ ਜੇ ਤੇ ਗੁਰੂ ਤੇਗ ਬਹਾਦਰ ਜੀ ਮੰਨ ਜਾਣਗੇ ਤੇ ਫਿਰ ਤੇ ਕੰਮ ਬਹੁਤ ਹੀ ਸੌਖਾ ਹੈ। ਮਹਾਰਾਜ ਦੀਨ ਇਸਲਾਮ ਕਬੂਲ ਲੈਣਗੇ ਤੇ ਸਾਰੇ ਆਪਣੇ ਆਪ ਸਨਾਤਨੀ ਧਰਮ ਤਬਦੀਲ ਕਰ ਲੈਣਗੇ। ਜੇਕਰ ਗੁਰੂ ਤੇਗ ਬਹਾਦਰ ਨਹੀਂ ਮੰਨਦੇ ਤੇ ਇਹਨਾਂ ਨੂੰ ਕਤਲ ਕਰਕੇ ਤੇ ਇਹਨਾਂ ਦਾ ਜਿਹੜਾ ਸਰੀਰ ਹੈ ਉਹਦੀ ਨੁਮਾਇਸ਼ ਲਾ ਕਰਕੇ ਮੈਂ ਸਾਰੇ ਹਿੰਦੂਆਂ ਨੂੰ ਵਿਖਾਵਾਂਗਾ, ਤਾਂ ਜੋ ਭੈਗ੍ਰਸਤ ਹੋ ਕਰਕੇ ਉਹ ਫਿਰ ਇਸ ਧਰਮ ਨੂੰ ਕੁਰਬਾਨ ਕਰਨਗੇ। ਦੋਗਲੀ ਨੀਤੀ ਨਾਲ ਇਹ ਜੰਗ ਲੜ ਰਿਹਾ ਸੀ, ਲੇਕਿਨ ਗੁਰੂ ਤੇਗ ਬਹਾਦਰ ਮਹਾਰਾਜ ਪੂਰੇ ਸਤਿਗੁਰੂ ਜਿਨ੍ਹਾਂ ਨੇ ਉਹਦੇ ਸਾਰੇ ਕਾਰਜ ਹੀ ਫੇਲ ਕਰ ਦਿੱਤੇ। ਇਉਂ ਕਹਿ ਲਈਏ ਇੱਕ ਤੇ ਸ਼ਹਾਦਤ ਦੇ ਕਰਕੇ ਸਮੁੱਚੇ ਦੇਸ਼ ਦੀ ਲੋਕਾਈ ਅੰਦਰ ਉਹਨਾਂ ਲੋਕਾਂ ਦੇ ਵਿੱਚ ਐਸੀ ਹਿੰਮਤ ਭਰ ਦਿੱਤੀ ਕਿ ਜਿਹੜੇ ਬਾਦਸ਼ਾਹ ਦੇ ਸਾਹਮਣੇ ਫਿਰ ਸ਼ਸਤਰ ਲੈ ਕੇ ਖੜੇ ਹੋਣ ਦੀ ਗੱਲ ਕਰਨ ਲੱਗੇ। ਦੂਸਰਾ ਜੋ ਇਹਦੇ ਮਨ ਵਿੱਚ ਸੀ ਕਿ ਮਹਾਰਾਜ ਦੀ ਸ਼ੀਸ਼ ਦੇ, ਮਹਾਰਾਜ ਦੇ ਸਰੀਰ ਦੀ ਨੁਮਾਇਸ਼ ਲਾ ਕਰਕੇ ਇਹਨਾਂ ਨੂੰ ਭੈ ਦੇਵਾਂਗਾ। ਗੁਰੂ ਕੇ ਸਿੱਖਾਂ ਨੇ ਐਸੀ ਉੱਥੇ ਆਪਣੀ ਬਹਾਦਰੀ ਦਿਖਾਈ, ਨਾ ਤੇ ਸ਼ਹਾਦਤ ਤੋਂ ਬਾਅਦ ਬਾਦਸ਼ਾਹ ਨੂੰ ਸੀਸ ਮਿਲਿਆ ਤੇ ਨਾ ਹੀ ਉਹਦੇ ਹੱਥ ਧੜ ਲੱਗਾ। ਧੜ ਦਾ ਸੰਸਕਾਰ ਭਾਈ ਲੱਖੀ ਸ਼ਾਹ ਜੀ ਨੇ ਆਪਣਾ ਸਭ ਕੁਝ ਉੱਥੇ ਇਕੱਠਾ ਕਰਕੇ ਆਪਣੇ ਘਰ ਵਿੱਚ ਕਰ ਦਿੱਤਾ। ਸੀਸ ਭਾਈ ਜੈਤਾ ਜੀ ਜਿਵੇਂ ਕਿਵੇਂ ਲੈ ਕਰਕੇ ਦਿੱਲੀ ਤੋਂ ਆਨੰਦਪੁਰ ਸਾਹਿਬ ਤੁਰ ਪਏ। ਉਹਦਾ ਇਹ ਸਭ ਕੁਝ ਸੋਚਿਆ ਹੋਇਆ ਵੀ ਖਤਮ ਹੋ ਗਿਆ, ਲੇਕਿਨ ਇਸ ਤੋਂ ਪਹਿਲਾਂ ਉਹਨੇ ਯਤਨ ਬਹੁਤ ਕੀਤੇ ਨੇ, ਬਹੁਤ ਯਤਨ। ਸਾਰੇ ਦਿੱਲੀ ਸ਼ਹਿਰ ਦੇ ਬਾਹਰ ਪਹਿਰਾਬੰਦੀ ਕਰੜੀ ਕਰ ਦਿੱਤੀ। ਕੋਈ ਇੱਕ ਮਨੁੱਖ ਵੀ ਇਸ ਸਥਾਨ ਤੋਂ ਬਿਨਾਂ ਤਲਾਸ਼ੀ ਲਏ ਬਾਹਰ ਨਾ ਜਾਏ। ਭਾਵ ਜੀ ਦੇ ਕੋਲ ਸੀਸ ਹੈ, ਪਤਾ ਲੱਗ ਹੀ ਜਾਏਗਾ ਵੀ ਕੌਣ ਲਿਜਾ ਰਿਹਾ। ਸੋ ਇਸ ਵਿਧ ਭਾਈ ਜੈਤਾ ਜੀ ਇਹ ਸਾਰਾ ਹਾਲ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਸੀਸ ਦਾ ਸੰਸਕਾਰ ਆਨੰਦਪੁਰ ਹੋਣ ਤੋਂ ਬਾਅਦ ਭਰੀ ਸੰਗਤ ਵਿੱਚ ਬੈਠ ਕਰਕੇ ਲਾਲ ਗੋਬਿੰਦ ਰਾਏ ਜੀ ਤੇ ਗੁਰੂ ਕੀ ਸਾਰੀ ਸੰਗਤ ਨੂੰ ਆਨੰਦਪੁਰ ਸਾਹਿਬ ਸੁਣਾ ਰਹੇ ਹਨ। ਆਨ ਮਿਲੇ ਮੁਝ ਕੇ ਤਿਕ ਦੂਰ, ਲਖਿਓ ਤਿਨਕੋ ਮਨ ਮੈਂ ਡਰ ਪਾਇਓ। ਤੇ ਕਹਿਣ ਲੱਗੇ ਮਹਾਰਾਜ ਰਸਤੇ ਚੋਂ ਲੰਘ ਰਹੇ ਸੀ, ਅਜੇ ਦਿੱਲੀ ਸ਼ਹਿਰ ਚੋਂ ਨਿਕਲੇ ਨਹੀਂ ਸੀ, ਕਿਉਂਕਿ ਕਾਫੀ ਵਕਫਾ ਹੈ। ਅੱਜ ਵੀ ਆਪਾਂ ਦੇਖਾਂਗੇ ਬਹੁਤ ਦੀਰਘ ਵਸਦਾ ਸ਼ਹਿਰ ਹੈ। ਕੁਝ ਦੂਰੀ ਅਜੇ ਤੈਅ ਕੀਤੀ ਸੀ, ਸਿਪਾਹੀਆਂ ਦੇ ਪਹਿਰੇ ਕਰੜੇ ਸਨ, ਹੁਕਮ ਲੱਗੇ ਹੋਏ ਸਨ। ਕੁਝ ਦੂਰ ਤੇ ਆ ਕਰਕੇ ਸਾਨੂੰ ਵੀ ਘੇਰ ਲਿਆ। ਸੀਸ ਮਹਾਰਾਜ ਜੀ ਕਾ ਭਾਈ ਜੀ ਕੇ ਪਾਸ ਹੈ। ਆਨ ਮਿਲੇ ਮੁਝ ਕੇ ਤਿਕ ਦੂਰ, ਲਖਿਓ ਤਿਨਕੋ। ਫਿਰ ਜਦੋਂ ਜਿਸ ਵਕਤ ਮੈਂ ਵੇਖਿਆ ਨਾ ਵੀ ਸਿਪਾਹੀ ਆ ਗਏ ਨੇ, ਇੱਕ ਵਾਰ ਤੇ ਮਨ ਡਹਿਲ ਗਿਆ, ਡਰ ਗਿਆ। ਫਿਰ ਜਿਵੇਂ ਅੱਗੇ ਮਹਾਰਾਜ ਦੇ ਚਰਨਾਂ ਚ ਅਰਦਾਸ ਕੀਤੀ, ਮਹਾਰਾਜ ਨੇ ਸਹਾਇਤਾ ਕੀਤੀ ਹੈ। ਮਾਰਗ ਮੈਂ ਸਕਟੇ ਗਮਣੈ, ਪਿਖ ਏਕ ਮੈਂ ਸੀਸ ਗੁਰੂ ਕੋ ਟਿਕਾਇਓ। ਤੇ ਜਿਵੇਂ ਮੈਂ ਵੇਖਿਆ ਨਾ ਸਿਪਾਹੀ ਪਹਿਰੇ ਤੇ ਆ ਰਹੇ ਹਨ ਤੇ ਸਭ ਕਿਸੇ ਦੀ ਤਲਾਸ਼ੀ ਲੈ ਰਹੇ ਹਨ, ਤੇ ਜਿਵੇਂ ਉਹ ਸਾਡੇ ਪਾਸ, ਸਾਡੇ ਭਾਵ ਜਿੱਥੋਂ ਤੱਕ ਭਾਈ ਜੈਤਾ ਜੀ ਚੱਲ ਰਹੇ ਨੇ ਉੱਥੋਂ ਤੱਕ ਜਦੋਂ ਉਹਨਾਂ ਦੀ ਪਹੁੰਚ ਹੋਣੀ ਆ, ਉਸ ਤੋਂ ਪਹਿਲਾਂ ਹੀ ਕੁਝ ਗੱਡੇ ਜਿਹੜੇ ਹਨ, ਬਲਦ ਗੱਡੇ, ਜਿਵੇਂ ਵਪਾਰਲੀ ਅਕਸਰ ਪੁਰਾਣੇ ਸਮੇਂ ਦਾ, ਉਸ ਸਮੇਂ ਦਾ ਸਾਧਨ ਕੇਵਲ ਇਹੀ ਸਨ। ਉੱਥੋਂ ਉਸ ਰਾਹ ਤੋਂ ਕੁਝ ਲੰਘ ਰਹੇ ਸਨ ਤੇ ਬੜੀ ਫੁਰਤੀ ਦੇ ਨਾਲ, ਬਿਨਾਂ ਕਿਸੇ ਨੂੰ ਪਤਾ ਲੱਗਿਆ, ਬਿਨਾਂ ਸਵਾਰ ਨੂੰ ਜਿਹੜਾ ਉਸ ਨੂੰ ਚਲਾ ਰਿਹਾ,
ਉਹਨੂੰ ਪਤਾ ਲੱਗਣ ਤੋਂ ਅਸੀਂ ਬੜੀ ਤੇਜ਼ੀ ਦੇ ਨਾਲ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜੋ ਸੀਸ ਹੈ ਇੱਕ ਗੱਡੇ ਵਿੱਚ ਰੱਖ ਦਿੱਤਾ। ਇਹ ਬਚਨ ਲਿਖੇ ਨੇ ਭਾਈ ਸਾਹਿਬ ਜੀ ਨੇ। ਮਾਰਗ ਮੈਂ ਸਕਟਾ ਗਮਨਾ, ਸਕਟ ਕਹਿੰਦੇ ਨੇ ਗੱਡੇ ਨੂੰ, ਬਲਦ ਗੱਡਾ, ਬ੍ਰਿਖ ਜਿਹਨੂੰ ਜੋ ਕੇ ਚਲਾਉਂਦੇ ਨੇ। ਸੋ ਪਿਖ ਏਕ ਮੈਂ ਸੀਸ ਗੁਰੂ ਕੋ ਟਿਕਾਇਓ, ਇੱਕ ਨਿਸ਼ਾਨੀ ਲੈ ਕਰਕੇ ਨਾ ਉਹਦੇ ਵਿੱਚ ਮੈਂ ਮਹਾਰਾਜ ਜੀ ਦਾ ਸੀਸ ਰੱਖ ਦਿੱਤਾ। ਤੇ ਹੁਣ ਉਹਨਾਂ ਨੇ ਮਨੁੱਖਾਂ ਦੀ ਤਲਾਸ਼ੀ ਲੈਣੀ ਸੀ, ਇੰਨਾ ਕੋਈ ਤਾਂ ਕਦੇ ਵੈਸੇ ਵੀ ਫੌਜੀ ਨਹੀਂ ਫਰੋਲ ਸਕਦੇ। ਸੋ ਜਿਵੇਂ ਉਹਦੇ ਵਿੱਚ ਟਿਕਾਇਆ ਤੇ ਭਾਈ ਜੈਤਾ ਜੀਆਂ ਨੂੰ ਇੱਥੇ ਥੋੜਾ ਜਿਹਾ ਗੁਰੂ ਕਿਰਪਾ ਮਿਲ ਗਈ ਵੀ ਚਲੋ ਹੁਣ ਇੱਥੋਂ ਨਿਕਲਣਾ ਕੁਝ ਸੌਖਾ ਹੈ ਜੀ। ਸੇ ਅਸਵਾਰ ਵੱਡੇ ਤਰਜੈ ਅਵਲੋਕਤ, ਖੋਜਤ ਜੋ ਨਰ ਪਾਇਓ। ਤੇ ਜਿਤਨੇ ਵੀ ਉਸ ਸਥਾਨ ਤੋਂ ਲੰਘ ਰਹੇ ਸਨ, ਭਾਵੇਂ ਉਹ ਪੈਦਲ ਸਨ ਜਾਂ ਕਿਸੇ ਸਵਾਰੀ ਤੇ ਸਨ, ਸਾਰਿਆਂ ਦੀ ਤਲਾਸ਼ੀ ਹੋਈ। ਸਾਰਿਆਂ ਦੇ ਸਮਾਨ ਆਦਿਕ ਜੋ ਵੀ ਸੀ ਉਹ ਸਭ ਕੁਝ ਉਹਨਾਂ ਸਿਪਾਹੀਆਂ ਨੇ ਵੇਖਿਆ, ਖੋਜਿਆ, ਲੇਕਿਨ ਕਿਸੇ ਤੋਂ ਕੁਝ ਪ੍ਰਾਪਤ ਨਹੀਂ ਹੋਇਆ। ਇਸੇ ਵੇਲੇ ਉਹਨਾਂ ਨੇ ਭਾਈ ਜੈਤਾ ਜੀ ਹੋਰਾਂ ਨੂੰ ਵੀ ਵੇਖਿਆ ਤੇ ਉਹ ਵੀ ਉਸ ਸਥਾਨ ਤੋਂ ਖਾਲੀ ਹੱਥ ਨਿਕਲਦੇ ਹਨ। ਮੋਕੋ ਆਨ ਕਹੋ ਥਿਰ ਹੋਵੋ ਦੇਖਤ, ਪੇਪਟ ਕੋ ਛੁਟਕਾਇਓ। ਤੇ ਜਿਵੇਂ ਹੀ ਅਸੀਂ ਪਾਸ ਪਹੁੰਚੇ, ਜਿਹੜੇ ਸਿਪਾਹੀ ਤਲਾਸ਼ੀ ਲੈ ਰਹੇ ਸਨ ਬੜੇ ਚੰਗੇ ਤਰੀਕੇ ਦੇ ਨਾਲ, ਕਿਉਂਕਿ ਸਿੱਖ ਨੇ ਤੇ ਉਹ ਕੁਦਰਤੀ ਹਕੂਮਤ ਨੂੰ ਇਸ ਗੱਲ ਦਾ ਡਰ ਹੈ ਵੀ ਇਹ ਕਾਰਜ ਜਦੋਂ ਵੀ ਕੋਈ ਕਰੇਗਾ ਸਿੱਖ ਹੀ ਕਰੇਗਾ। ਸੋ ਬੜੀ ਬਰੀਕੀ ਦੇ ਨਾਲ ਸਾਡੇ ਬਸਤਰਾਂ ਨੂੰ ਫਰੋਲ ਕੇ ਸਾਡੀ ਸਾਰੀ ਜੋ ਤਲਾਸ਼ੀ ਹੈ ਉਸ ਵਕਤ ਉਹਨਾਂ ਨੇ ਲਈ ਹੈ ਜੀ। ਫੇਰ ਲੱਗੇ ਸਕਟੇ ਅਵਲੋਕਨ, ਰੋਕ ਖਰੇ ਕਰ ਖੋਜਨ ਲਾਗੇ। ਫਿਰ ਉਸ ਤੋਂ ਬਾਅਦ ਜਿਤਨੇ ਉਸ ਸਥਾਨ ਤੇ ਉਹ ਗੱਡੇ ਜਾ ਰਹੇ ਸਨ, ਜਿਨ੍ਹਾਂ ਗੱਡਿਆਂ ਦੇ ਉੱਪਰ ਸਮਾਨ ਲੱਦਿਆ ਹੋਇਆ ਸੀ, ਉਹਨਾਂ ਨੂੰ ਵੀ ਖੋਜ ਰਹੇ ਸਨ। ਉਹਨਾਂ ਤੇ ਵੀ ਹੱਥ ਮਾਰ ਰਹੇ ਸਨ ਵੀ ਮਤਾ ਇਹਦੇ ਵਿੱਚ ਕਿਸੇ ਨਾ ਕਿਸੇ ਨੇ ਕਿਸੇ ਤਰੀਕੇ ਕੁਝ ਰੱਖਿਆ ਹੋਵੇ, ਕਿਉਂਕਿ ਇਹ ਪਹਿਰੇ ਜਿਹੜੇ ਨੇ ਨਾ ਉਸ ਵਕਤ ਬਾਦਸ਼ਾਹ ਨੇ ਦਿੱਲੀ ਦੇ ਹਰ ਰਸਤੇ ਤੇ ਲਵਾ ਦਿੱਤੇ। ਛੋਟੇ ਵੱਡੇ ਹਰ ਰਸਤੇ ਤੇ ਸਿਪਾਹੀ ਤਲਾਸ਼ੀ ਕਰ ਰਹੇ ਹਨ। ਪਾਛਲ ਕੋ ਜਬ ਦੇਖਤ ਪੇ ਤਬ, ਸੀਸ ਗਇਓ ਜੋ ਹੋਤੋ ਸਭ ਆਗੇ। ਤੇ ਜਿਵੇਂ ਹੀ ਉਹ ਵੇਖ ਰਹੇ ਸਨ ਨਾ, ਜਿਵੇਂ ਹੀ ਉਹ ਇਹਨਾਂ ਗੱਡਿਆਂ ਦੀ ਤਲਾਸ਼ੀ ਲੈ ਰਹੇ ਸਨ, ਤੇ ਉਸ ਵਕਤ ਅਸੀਂ ਵੇਖਿਆ ਵੀ ਜਿਸ ਗੱਡੇ ਦੇ ਉੱਪਰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਸੀਸ ਟਿਕਾਏ ਸਨ, ਵੇਖੋ ਕਿੱਡੀ ਵੱਡੀ ਸੇਵਾ ਉਸ ਗੁਰਮੁਖ ਦੀ, ਕਿੱਡਾ ਤਪ ਕਹਿ ਲਈਏ ਅਸੀਂ, ਕਿੱਡੀ ਭਗਤੀ ਹੈ। ਜਿਸ ਗੱਡੇ ਦੇ ਉੱਪਰ ਮਹਾਰਾਜ ਜੀ ਕੇ ਸੀਸ ਅਸੀਂ ਨੇ ਬਸਤਰ ਵਿੱਚ ਲਪੇਟ ਕਰਕੇ ਟਿਕਾਏ ਸੀ, ਉਹਨਾਂ ਦੇ ਤਲਾਸ਼ੀ ਲੈਣ ਤੋਂ ਪਹਿਲੇ ਉਹ ਗੱਡਾ ਕਾਫੀ ਅੱਗੇ ਨਿਕਲ ਚੁੱਕਾ ਸੀ। ਕਿਉਂਕਿ ਸਾਰਾ ਕੁਝ ਤੇ ਪਤਾ ਹੈ, ਅੱਜ ਵੀ ਵੇਖੋ ਜਦੋਂ ਤਲਾਸ਼ੀ ਹੁੰਦੀ ਹੈ ਬਹੁਤਾ ਕੁਝ ਨਹੀਂ ਫਰੋਲਿਆ ਜਾਂਦਾ। ਸੋ ਇਹ ਵੀ ਗੁਰੂ ਕੀ ਕਿਰਪਾ ਹੈ। ਉਹ ਜਿਹੜਾ ਗੱਡਾ ਜਿਸ ਦੇ ਉੱਪਰ ਭਾਈ ਜੈਤਾ ਜੀਆਂ ਨੇ ਮਹਾਰਾਜ ਜੀ ਕੇ ਸੀਸ ਟਿਕਾਏ, ਉਹ ਗੁਰੂ ਕਿਰਪਾ ਸਦਕਾ ਪਹਿਲੇ ਆ ਕਾਫੀ ਅੱਗੇ ਨਿਕਲ ਚੁੱਕੇ ਸਨ। ਇਸ ਬਿਦਨਾ ਮਹਾਰਾਜ ਜੀ ਦਾ ਜੋ ਸੀਸ ਹੈ, ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਸੀਸ ਦੀ ਸੇਵਾ ਹੋਈ। ਭਾਈ ਜੈਤਾ ਜੀਆਂ ਨੇ ਦਿੱਲੀ ਤੋਂ ਇਹ ਬਾਹਰ ਲਿਆਂਦੇ ਹਨ। ਨਾਹਨ ਪ੍ਰਾਪਤ ਪਾਜਬਹੁ ਤਬ, ਆਗਲੇ ਹੀਰਨ ਕੋ ਅਨੁਰਾਗੇ। ਤੇ ਜਿਸ ਵਕਤ ਪ੍ਰਾਪਤ ਨਹੀਂ ਨਾ ਹੋਇਆ, ਜਿਹੜੇ ਪਿੱਛੇ ਆ ਰਹੇ ਸਨ ਤਲਾਸ਼ੀ ਲਈ, ਕੁਝ ਨਹੀਂ ਮਿਲਿਆ। ਫਿਰ ਵਿੱਚੋਂ ਕਿਸੇ ਨੇ ਇਹ ਵੀ ਕਿਹਾ ਵੀ ਕੁਝ ਅੱਗੇ ਵੀ ਲੰਘੇ ਹਨ, ਉਹਨਾਂ ਦੀ ਵੀ ਤਲਾਸ਼ੀ ਲਈ ਜਾਏ। ਪਾਛਲ ਮੈਂ ਪੁਨ ਆਏ ਗਇਓ ਸਿਰ, ਹਾਰ ਪਰੇ ਸਟ ਸੋ ਇਮ ਠਾਗੇ। ਤੇ ਜਿਸ ਵਕਤ ਉਹ ਅੱਗੇ ਆ ਕਰਕੇ ਜਿਹੜੇ ਗੱਡੇ ਅੱਗੇ ਨਿਕਲ ਚੁੱਕੇ ਸਨ ਉਹਨਾਂ ਦੀ ਤਲਾਸ਼ੀ ਲੈਣ ਲੱਗੇ, ਉਦੋਂ ਤੱਕ ਅਸੀਂ ਆਪਣੀ ਤਲਾਸ਼ੀ ਦੇ ਕਰਕੇ ਤੇ ਉੱਥੋਂ ਤੱਕ ਪਹੁੰਚ ਗਏ। ਉਸ ਗੱਡੇ ਤੱਕ ਪਹੁੰਚ ਗਏ ਜਿੱਥੇ ਮਹਾਰਾਜ ਜੀ ਕੇ ਪਵਿੱਤਰ ਸੀਸ ਟਿਕੇ ਸਨ। ਤਲਾਸ਼ੀ ਲੈਣ ਤੋਂ ਪਹਿਲਾਂ ਜਿਵੇਂ ਕਿਵੇਂ ਆਪਣਾ ਆਪ ਬਚਾ ਕਰਕੇ ਤੇ ਸੀਸ ਦੀ ਸੇਵਾ ਅਸੀਂ ਕਰ ਦਿੱਤੀ ਹੈ। ਇਸ ਵੇਲੇ ਨਾ ਗੁਰੂ ਕੇ ਸਿੱਖ ਨੇ ਦਿੱਲੀ ਦੀ ਜੂਹ ਚੋਂ ਮਹਾਰਾਜ ਜੀ ਕੇ ਪਵਿੱਤਰ ਸੀਸ ਦੀ ਸੇਵਾ ਕੀਤੀ, ਜਿਹੜੇ ਆਨੰਦਪੁਰ ਸਾਹਿਬ ਲੈ ਕੇ ਆਏ। ਸੋ ਜਦੋਂ ਤੱਕ ਉਹਨਾਂ ਨੇ ਉੱਥੇ ਆ ਕੇ ਆਪਣੀ ਖੋਜ ਕਰਨੀ ਸ਼ੁਰੂ ਕੀਤੀ, ਗੁਰੂ ਕੇ ਸਿੱਖ ਨੇ ਬੜੀ ਫੁਰਤੀ ਦੇ ਨਾਲ, ਬੜੇ ਤਰੀਕੇ ਦੇ ਨਾਲ, ਬਿਨਾਂ ਉਸ ਗੱਡੇ ਦੇ ਸਵਾਰ ਨੂੰ ਜਾਂ ਹੋਰ ਕਿਸੇ ਨੂੰ ਬਿਨਾਂ ਕੁਝ ਪਤਾ ਲੱਗੇ ਤੋਂ ਮਹਾਰਾਜ ਜੀ ਕੇ ਜਿਹੜੇ ਸੀਸ ਉਸ ਸਥਾਨ ਤੋਂ ਲੈ ਤੇ ਉਸ ਤੋਂ ਅੱਗੇ ਫਿਰ ਇਹ ਜਿਹੜਾ ਅਸੀਂ ਰਸਤਾ ਵੇਖਦੇ ਹਾਂ, ਕਰਨਾਲ ਤਰਾਵੜੀ ਆਦਿਕ ਇਹਨਾਂ ਇਲਾਕਿਆਂ ਚੋਂ ਲੰਘਦੇ ਹੋਏ ਭਾਈ ਜੈਤਾ ਜੀ ਮਹਾਰਾਜ ਜੀ ਕਾ ਸੀਸ ਸ੍ਰੀ ਆਨੰਦਪੁਰ ਸਾਹਿਬ ਲੈ ਕਰਕੇ ਪਹੁੰਚਦੇ ਹਨ। ਦੋਹਰਾ ਗੁਰ ਸਿਰ ਇਕ ਮੋਕੋ ਦਿਖਤ, ਅਪਰ ਨ ਦੇਖਤ ਕੋਏ। ਖੋਜ ਹਟੇ ਨਰ ਪੰਥ ਕੋ, ਗਮਨੇ ਪੁਰ ਨਿਜ ਸੋਏ। ਇਸ ਬਿਦਨਾ ਭਾਈ ਜੈਤਾ ਜੀ ਹੋਰਾਂ ਨੇ ਗੁਰੂ ਕੇ ਸਿੱਖ ਨੇ ਭਰੇ ਦੀਵਾਨ ਦੇ ਅੰਦਰ ਇਹ ਹਾਲ ਸੁਣਾਇਆ। ਲਾਲ ਗੋਬਿੰਦ ਰਾਏ ਜੀ ਆਪਣੇ ਸਿੰਘਾਸਨਾਂ ਤੇ ਬੈਠੇ ਨੇ, ਮਾਤਾ ਨਾਨਕੀ ਜੀ ਉਸ ਦੀਵਾਨ ਅੰਦਰ ਬੈਠੇ ਨੇ, ਕਿਉਂਕਿ ਉਹ ਸਮਾਂ ਹੈ ਜਿਸ ਵਕਤ ਗੁਰੂ ਕਾ ਸਮੁੱਚਾ ਪਰਿਵਾਰ, ਮਾਤਾ ਜੀ, ਮਾਤਾ ਗੁਜਰ ਕੌਰ ਜੀ, ਸੁਪੁੱਤਰ ਲਾਲ ਗੋਬਿੰਦ ਰਾਏ ਜੀ, ਹੋਰ ਸਾਰੇ ਸਿੱਖ ਮਹਾਰਾਜ ਜੀ ਕੇ ਸੀਸ ਦਾ ਸੰਸਕਾਰ ਕਰਕੇ ਅਜੇ ਹੁਣੇ ਹੀ ਆਏ ਨੇ। ਬਾਣੀ ਦੇ ਪਾਠ ਹੋਏ ਨੇ, ਭੋਗ ਪਏ ਨੇ।
ਗੁਰੂ ਕੇ ਪ੍ਰਸ਼ਾਦ ਦੇਗ ਵਰਤੀ, ਉਸ ਤੋਂ ਉਪਰੰਤ ਇਹ ਵਡਿਆਈ ਦੀਆਂ ਬਾਤਾਂ ਚੱਲ ਰਹੀਆਂ ਨੇ, ਕਿਉਂਕਿ ਇਹੀ ਸਮਾਂ ਜਿਸ ਵਕਤ ਉਹ ਸਿੱਖ ਦੀ ਸੇਵਾ ਘਾਲਣਾ ਥਾਂ ਪੈਣੀ ਹੈ, ਮਹਾਰਾਜ ਨੇ ਉਹਨੂੰ ਆਪਣੇ ਸੀਨੇ ਲਾ ਕਰਕੇ ਕਿਹਾ ਸੀ, ਰੰਗ ਰੇਟੇ ਗੁਰੂ ਕੇ ਬੇਟੇ। ਸੋ ਇਸ ਵਕਤ ਫਿਰ ਉਹ ਸਿੱਖ ਹੱਥ ਜੋੜ ਕੇ ਮਹਾਰਾਜ ਕੇ ਚਰਨਾਂ ਵਿੱਚ ਅਰਦਾਸ ਕਰਦੇ ਨੇ, ਗਰੀਬ ਨਿਵਾਜ ਸਤਿਗੁਰੂ। ਯਤਨ ਤੇ ਉਹਨਾਂ ਲੋਕਾਂ ਨੇ ਬਹੁਤ ਕੀਤੇ ਕਿ ਮਹਾਰਾਜ ਜੀ ਕੇ ਸੀਸ ਪ੍ਰਾਪਤ ਕਰਕੇ ਦੀ ਬੇਅਦਬੀ ਕਰੀਏ, ਕਿਉਂਕਿ ਉਹਨਾਂ ਨੇ ਤਾਂ ਇਦਾਂ ਹੀ ਕਰਨਾ ਸੀ ਗੁਰਮੁਖੋ, ਜੋ ਉਹਨਾਂ ਦੀ ਨੀਤੀ ਹੈ। ਲੇਕਿਨ ਜਿਵੇਂ ਮਹਾਰਾਜ ਨੇ ਇਹ ਸੇਵਾ ਸਾਥੋਂ ਲੈਣੀ ਸੀ, ਆਪ ਉਦਮ ਦਿੰਦੇ ਗਏ। ਮਹਾਰਾਜ ਕੇ ਸੀਸ ਕੇਵਲ ਤੇ ਕੇਵਲ ਇਉਂ ਕਹਿ ਲਓ ਵੀ ਸਾਨੂੰ ਦਿਸਦੇ ਸਨ, ਅਸੀਂ ਉਸ ਦੀ ਸੇਵਾ ਕਰ ਰਹੇ ਸਨ। ਹੋਰ ਕਿਸੇ ਨੂੰ ਵੀ ਇਸ ਗੱਲ ਦੀ ਭਣਕ ਨਹੀਂ ਲੱਗੀ ਵੀ ਕਿਵੇਂ ਇੱਕ ਸਿੱਖ ਇਸ ਸਥਾਨ ਤੋਂ ਇਹ ਪਵਿੱਤਰ ਸੀਸ ਲੈ ਕਰਕੇ ਬਾਹਰ ਨਿਕਲ ਗਏ ਹਨ। ਇਹ ਇੱਕ ਗੁਰੂ ਕੀ ਕਿਰਪਾ ਹੀ ਹੈ ਜੀ। ਗਏ ਦਿਖੰਤੇ ਰਹਿ ਗਏ ਤਬ ਮੈਂ ਸੀਸ ਸੰਭਾਰ, ਪਿਸਟਨ ਵਿਖੇ ਲਪੇਟ ਕੇ ਲੀਨੋ ਨਿਜ ਸਿਰ ਧਾਰ। ਫਿਰ ਜਿਸ ਵਕਤ ਇਹ ਸਾਰਾ ਕਾਰਜ ਹੋ ਗਿਆ, ਗਏ ਦਿਖੰਤੇ ਰਹਿ ਗਏ, ਜਿਸ ਵਕਤ ਤਲਾਸ਼ੀ ਲੈਣ ਵਾਲੇ ਸਿਪਾਹੀਆਂ ਨੇ ਆਪਣੇ ਯਤਨ ਕਰ ਲਏ, ਸਾਰਾ ਕੁਝ ਉਹਨਾਂ ਫਰੋਲ ਦਿੱਤਾ, ਹੋਰ ਬਹੁਤ ਯਤਨ ਕੀਤੇ, ਲੇਕਿਨ ਪ੍ਰਾਪਤੀ ਨਹੀਂ ਹੋਈ। ਤਬ ਤੇ ਸੀਸ ਸੰਭਾਰ, ਫਿਰ ਅਸੀਂ ਮਹਾਰਾਜ ਜੀ ਕੇ ਸੀਸ ਦੀ ਸੰਭਾਲ ਕੀਤੀ, ਕਿਉਂਕਿ ਉਹਨਾਂ ਨੇ ਇੱਕ ਬਹੁਤ ਮਹਾਨ ਕਾਰਜ ਕੀਤਾ। ਫਿਰ ਬਸਤਰਨ ਵਿਖੇ ਲਪੇਟ ਕੇ, ਫਿਰ ਬਹੁਤ ਬਸਤਰਾਂ ਦੇ ਅੰਦਰ ਮਹਾਰਾਜ ਜੀ ਕਾ ਸੀਸ ਜੋ ਲਪੇਟਿਆ, ਕਿਉਂਕਿ ਇੱਥੋਂ ਫਿਰ ਉਹ ਚੱਲਦੇ ਨੇ ਵੱਖ-ਵੱਖ ਸਥਾਵਾਂ ਤੇ ਰੁਕਦੇ ਵੀ ਨੇ, ਕੋਈ 5-6 ਪੜਾਅ ਵੀ ਨੇ ਉਸ ਰਸਤੇ ਦੇ, ਅੱਗੇ ਜ਼ਿਕਰ ਵੀ ਹੈ ਇਤਿਹਾਸ ਵਿੱਚ। ਸੋ ਵਿਸ਼ੇਸ਼ ਬਸਤਰਾਂ ਦੇ ਅੰਦਰ ਬੜੇ ਤਰੀਕੇ ਨਾਲ ਉਸ ਸੀਸ ਨੂੰ ਸੰਭਾਲ ਕਰਕੇ ਲੀਨੋ ਨਿਜ ਸਰ ਧਾਰ। ਫਿਰ ਭਾਈ ਜੈਤਾ ਜੀ ਹੋਰਾਂ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਜਿਹੜੇ ਸੀਸ ਨੇ ਉਹਨੂੰ ਆਪਣੇ ਸੀਸ ਉੱਪਰ ਚੁੱਕ ਲਿਆ। ਵੇਖੋ ਇਹ ਵੀ ਇੱਕ ਸਿੱਖ ਦਾ ਬੜਾ ਵੱਡਾ ਹੀਰਾ ਹੈ। ਅੱਜ ਭਾਵੇਂ ਅਸੀਂ ਕਥਾ ਕਹਾਣੀਆਂ ਕਰਦੇ ਬੜੀ ਸੌਖੀ ਗੱਲ ਕਹਿ ਦਿੰਦੇ ਹਾਂ, ਗੁਰੂ ਦੇ ਸਿਰ ਨੂੰ ਆਪਣੇ ਸੀਸ ਦੇ ਉੱਪਰ ਚੁੱਕ ਕਰਕੇ ਲਿਆਉਣਾ ਤੇ ਰਾਹ ਦੇ ਵਿੱਚ ਹਕੂਮਤ ਨਾਲ ਲੜਦੇ ਆਉਣਾ। ਪਹਿਲੀ ਗੱਲ ਤੇ ਇਹਦੇ ਵਿੱਚ ਹੀ ਬੜੀ ਵੱਡੀ ਭਗਤੀ ਚਾਹੀਦੀ ਹੈ। ਮਹਾਰਾਜ ਜੀ ਦਾ ਸੀਸ ਆਪਣੇ ਸਿਰ ਦੇ ਉੱਪਰ ਟਿਕਿਆ ਹੋਵੇ ਤੇ ਸਿੱਖ ਸੇਵਾ ਕਰ ਰਿਹਾ ਹੋਵੇ। ਭਾਈ ਜੈਤਾ ਜੀ ਮਹਾਰਾਜ ਜੀ ਦਾ ਪਵਿੱਤਰ ਸੀਸ ਜੋ ਹੈ ਉਹ ਦਿੱਲੀ ਤੋਂ ਲੈ ਕਰਕੇ ਫਿਰ ਬੜੇ ਤਰੀਕੇ ਨਾਲ, ਕਿਉਂਕਿ ਵੱਖ-ਵੱਖ ਥਾਵਾਂ ਤੇ ਰੁਕੇ ਨੇ ਤੇ ਉੱਥੇ ਵੀ ਬਹੁਤ ਮੁਸ਼ਕਲਾਂ ਆਈਆਂ ਨੇ ਉਹਨਾਂ ਨੂੰ। ਇੱਕ ਥਾਂ ਤੇ ਕਰਨਾਲ ਦੇ ਪਾਸ ਤਰਾਵੜੀ, ਬਾਗਪਟ, ਗੁਰਦੁਆਰਾ ਨਾਭਾ ਸਾਹਿਬ, ਹੋਰ ਕਈ 5-6 ਸਥਾਨ ਨੇ ਸਾਡੇ ਜਿੱਥੇ ਮਹਾਰਾਜ ਜੀ ਕੇ ਪਵਿੱਤਰ ਸੀਸ ਰੁਕੇ ਨੇ। ਸੋ ਉਹਨਾਂ ਸਥਾਨਾਂ ਤੇ ਵੀ ਜਿਵੇਂ ਉਹ ਸੇਵਾ ਕਰਦੇ ਰਹੇ, ਜਾਂ ਜਿੱਥੇ ਜਿੱਥੇ ਜਿਨ੍ਹਾਂ ਗੁਰਮੁਖਾਂ ਨੂੰ ਪਤਾ ਲੱਗਿਆ ਵੀ ਮਹਾਰਾਜ ਜੀ ਕੇ ਸੀਸ ਦੀ ਸਵਾਰੀ ਜਾ ਰਹੀ ਹੈ, ਬੋਲੇ ਤੇ ਭਾਵੇਂ ਕੁਝ ਨਹੀਂ, ਕਿਉਂਕਿ ਸਭ ਨੂੰ ਪਤਾ ਹੈ ਹਕੂਮਤ ਜੋ ਕੁਝ ਕਰ ਰਹੀ ਹੈ, ਰਤਾ ਜਿੰਨੀ ਭਣਕ ਵੀ ਉਹ ਹਕੂਮਤ ਦੇ ਹੱਥ ਸੀਸ ਦੁਬਾਰਾ ਪਹੁੰਚਾ ਸਕਦੀ ਹੈ। ਸੋ ਇਸ ਵਿੱਚ ਬੜੀ ਭਗਤੀ ਹੈ ਉਹਨਾਂ ਗੁਰਮੁਖਾਂ ਦੀ, ਜਿਨ੍ਹਾਂ ਨੇ ਰਾਸਤੇ ਵਿੱਚ ਭਾਈ ਜੈਤਾ ਜੀਆਂ ਦੇ ਨਾਲ ਮਿਲ ਕਰਕੇ ਇਹ ਸਾਰੀ ਸੇਵਾ ਨਿਭਾਈ ਹੈ ਜੀ। ਸਮਰਤ ਭਇਓ ਨਾ ਮਗ ਬਿਖੈ, ਨਿਸਮੈ ਨੈ ਡਰ ਪਾਏ, ਹੋਏ ਨਿਸੰਕ ਇਕ ਮਨ ਚੱਲਿਓ, ਹੁਤੋ ਹੁਕਮ ਜਿਸ ਭਾਏ। ਨਾਲ ਭਾਈ ਸਾਹਿਬ ਭਾਈ ਜੈਤਾ ਜੀ ਇੱਕ ਬੇਨਤੀ ਕਰਦੇ ਨੇ, ਗਰੀਬ ਨਿਵਾਜ ਸਤਿਗੁਰੂ ਗੁਰੂ ਗੋਬਿੰਦ ਰਾਏ ਸਾਹਿਬ ਜੀ, ਇੱਕ ਆਪ ਜੀ ਕੀ ਕਿਰਪਾ ਬਹੁਤ ਵਰਤੀ ਹੈ ਰਸਤੇ ਅੰਦਰ, ਕਿ ਸ਼ਰਮਤ ਭਇਓ ਨਾ ਮਗ ਵਿਖੇ, ਕਿਉਂਕਿ ਜਿੰਨਾ ਸਫ਼ਰ ਉਹਨਾਂ ਨੇ ਤੈਅ ਕੀਤਾ ਨਾ, ਅੱਜ ਆਪ ਕਿਤੇ ਮੀਲਾਂ ਵਿੱਚ ਗਿਣ ਕੇ ਵੇਖੋ, ਬਹੁਤ ਲੰਬੇਰਾ ਸਫ਼ਰ ਹੈ ਗੁਰਮੁਖੋ। ਦਿੱਲੀ ਤੋਂ ਚੱਲਣਾ, ਚਾਂਦਨੀ ਚੌਂਕ ਤੋਂ ਨਿਕਲਣਾ ਤੇ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਣਾ, ਉਹ ਵੀ ਪੈਰੀ, ਕਿਉਂਕਿ ਰਾਹ 'ਚ ਜੇ ਕਿਤੇ ਵੀ ਚੜ੍ਹਦੇ ਨੇ, ਕੋਈ ਗੱਡੇ ਕੋਈ ਸਾਧਨ ਦਾ ਸਹਾਰਾ ਲੈਂਦੇ ਨੇ ਤੇ ਬਹੁਤ ਮੁਸ਼ਕਲ ਹੈ। ਹਕੂਮਤ ਬੜਾ ਹੱਥ ਧੋ ਕੇ ਪਿੱਛੇ ਪਈ ਹੋਈ ਹੈ, ਰਤਾ ਜਿੰਨੀ ਉਕਾਈ ਵੀ ਕਈ ਵਾਰ ਇਹ ਸੇਵਾ ਦੇ ਵਿੱਚ ਵਿਘਨ ਪਾ ਸਕਦੀ ਹੈ। ਸੋ ਕਹਿਣ ਲੱਗੇ ਮਹਾਰਾਜ ਆਪ ਜੀ ਕਿ ਇੱਕ ਬੜੀ ਕਿਰਪਾ ਵਰਤੀ ਹੈ, ਇੰਨਾ ਸਫ਼ਰ ਅਸੀਂ ਤੈਅ ਕੀਤਾ, ਪਰੰਤੂ ਰਾਹ ਵਿੱਚ ਆਪ ਜੀਆਂ ਨੇ ਇਹ ਸਰੀਰ ਨੂੰ ਕਿਤੇ ਵੀ ਥੱਕਣ ਨਹੀਂ ਦਿੱਤਾ। ਸ਼ਰਮਤ ਦਾ ਮਤਲਬ ਹੁੰਦਾ ਥੱਕ ਜਾਣਾ। ਜਿਵੇਂ ਤੁਰਦਾ ਹੈ ਨਾ ਮਨੁੱਖ, 2-4 ਘੜੀਆਂ 2-4 ਪੈਰ ਤੁਰੇ ਤੇ ਉਸ ਤੋਂ ਬਾਅਦ ਸਰੀਰ ਵਿਸ਼ਰਾਮ ਮੰਗਦਾ। ਰਾਤ ਹਨੇਰਾ ਹੋਣ ਤੱਕ ਉਹ ਚੱਲਦੇ ਸਨ, ਥੋੜਾ ਜਿਹਾ ਸਮਾਂ ਰਾਤਰੀ ਨੂੰ ਵਿਸ਼ਰਾਮ ਕਰਦੇ ਨੇ, ਫਿਰ ਪਹਿਰ ਰਾਤ ਰਹਿਣ ਤੋਂ ਪਹਿਲਾਂ ਅੱਧ ਰਾਤ ਨੂੰ ਹੀ ਸੀਸ ਚੁੱਕ ਕੇ ਨਿਕਲ ਪੈਂਦੇ ਨੇ, ਕਿਉਂਕਿ ਜਿੱਥੇ ਜਿੱਥੇ ਹਕੂਮਤ ਦੇ ਕਰੜੇ ਪੈ ਰਹੇ ਨੇ ਉੱਥੋਂ ਰਾਤਰੀ ਨੂੰ ਨਿਕਲਣਾ ਪੈਂਦਾ ਹੈ। ਸੋ ਨਾ ਤਾਂ ਰਸਤੇ ਵਿੱਚ ਸਾਨੂੰ ਕੋਈ ਵੱਡੀ ਥਕਾਨ ਹੋਈ ਹੈ ਤੇ ਨਾ ਹੀ ਕੋਈ ਹੋਰ ਆਪ ਜੀ ਕੀ ਕਿਰਪਾ ਸਦਕਾ ਮੁਸ਼ਕਲ ਆਈ ਹੈ। ਨਿਸਮਹਿ ਨੈ ਡਰ ਪਾਏ, ਭਾਵੇਂ ਰਾਤ ਦੇ ਹਨੇਰਿਆਂ ਵਿੱਚ ਅਸੀਂ ਬਹੁਤ ਡਰਾਉਣੇ ਰਸਤਿਆਂ ਤੋਂ ਲੰਘੇ, ਕਿਉਂਕਿ ਸ਼ਾਹੀ ਰਸਤੇ ਜਿਹੜੇ ਸਨ, ਜਰਨੈਲੀ ਸੜਕਾਂ ਸਨ, ਉੱਥੋਂ ਨਹੀਂ ਲੰਘੇ ਪਾਈ ਭਾਈ ਜੈਤਾ ਜੀ ਵੱਖ-ਵੱਖ ਰਸਤਿਆਂ ਤੋਂ, ਕਿਉਂਕਿ ਉਹਨਾਂ ਰਸਤਿਆਂ ਤੇ ਅਕਸਰ ਹੀ ਸਰਕਾਰੀ ਪਹਿਰੇ ਹੁੰਦੇ ਨੇ। ਅੱਜ ਵੇਖੋ ਨਾ, ਖਾਸ ਜਿਹੜੇ ਰਸਤੇ ਨੇ ਕੁਦਰਤੀ ਤੌਰ ਤੇ ਉੱਥੇ ਪੈਟਰੋਲਿੰਗ ਲੱਗੀ ਹੁੰਦੀ ਹੈ, ਉੱਥੇ ਪਹਿਰੇ ਲੱਗੇ ਹੁੰਦੇ ਨੇ।
ਇਸ ਲਈ ਡਰਾਉਣੇ ਰਸਤੇ ਕਹਿ ਲਈਏ, ਔਖੇ ਰਸਤੇ ਕਹਿ ਲਈਏ, ਜਿਨ੍ਹਾਂ ਰਸਤਿਆਂ ਤੋਂ ਆਪਣੇ ਆਪ ਨੂੰ ਬਚਾਉਂਦਿਆਂ ਗੁਰੂ ਕੇ ਸੀਸ ਦੀ ਸੇਵਾ ਕਰਦਿਆਂ ਭਾਈ ਸਾਹਿਬ ਜੀ ਲੰਘ ਕੇ ਆਏ, ਪਰੰਤੂ ਕਹਿ ਰਹੇ ਨੇ ਮਹਾਰਾਜ ਡਰ ਨਹੀਂ ਲੱਗਿਆ। ਡਰ ਲੱਗੇ ਵੀ ਕਿਵੇਂ ਗੁਰਮੁਖੋ, ਨਾਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ। ਭਾਵੇਂ ਇਕੱਲਾ ਸੀਸ ਹੀ ਆ ਰਿਹਾ ਹੈ, ਪਰੰਤੂ ਬਖਸ਼ਿਸ਼ ਨਾਲ ਹੀ ਵਰਤ ਰਹੀ ਹੈ, ਗੁਰੂ ਕੇ ਸੰਗ ਸਿੱਖ ਜਾ ਰਿਹਾ। ਹੋਏ ਨਿਸੰਕ ਇੱਕ ਮਨ ਚੱਲਿਓ, ਹੁਤੋ ਹੁਕਮ ਜਿਸ ਪਾਏ। ਸਿੱਖ ਜਿਹੜਾ ਹੈ ਬੜਾ ਨਿਸ਼ੰਕ ਹੋ ਕਰਕੇ, ਨਿਡਰ ਹੋ ਕਰਕੇ ਇਸ ਰਸਤੇ ਤੇ ਆ ਰਿਹਾ ਸੀ, ਜਿਵੇਂ ਮਹਾਰਾਜ ਜੀ ਕੀ ਮੌਜ ਸੀ, ਕਿਉਂਕਿ ਇਹ ਹੁਕਮ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪ ਹੀ ਬਖਸ਼ੇ ਸਨ। ਜਦੋਂ ਸ਼ਹਾਦਤ ਹੋਣੀ ਸੀ ਨਾ, ਉਸ ਤੋਂ ਪਹਿਲਾਂ ਭਾਈ ਸੰਤੋਖ ਸਿੰਘ ਜੀ ਨੇ ਆਪਣੀ ਰਚਨਾ ਵਿੱਚ ਵੱਖ-ਵੱਖ ਗ੍ਰੰਥਾਂ ਦੇ ਹਵਾਲੇ ਨਾਲ ਆਪ ਹੁਕਮ ਕੀਤਾ ਸੀ ਕਿ ਤੁਸੀਂ ਨੇ ਇਸ ਸ਼ਹਾਦਤ ਵਿੱਚ ਨਹੀਂ ਆਉਣਾ, ਸ਼ਹਾਦਤ ਤੋਂ ਬਾਅਦ ਦੀ ਜਿਹੜੀ ਸੇਵਾ ਹੈ ਉਹ ਭਾਈ ਸਿੱਖਾ ਤੁਸੀਂ ਕਰਨੀ ਹੈ। ਸੋ ਇਹ ਹੁਕਮ ਹੋਏ ਸਨ। ਉਸ ਹੁਕਮ ਨੂੰ ਵਜਾਉਂਦਿਆਂ ਹੋਇਆਂ ਉਸ ਪਿਆਰ ਵਾਲੇ ਸਿੱਖ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਚਰਨਾਂ ਦੀ ਟੇਕ ਲੈ ਕਰਕੇ ਇਹ ਸਮੁੱਚੀ ਸੇਵਾ ਨਿਭਾਈ ਹੈ। ਜਿਵੇਂ ਮਹਾਰਾਜ ਜੀ ਕੇ ਸੀਸ ਲੈ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇ, ਉਹ ਸਾਰੀ ਵਾਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਬੜੇ ਹੀ ਵਿਸਤਾਰ ਸਹਿਤ ਆਪਣੀ ਇਸ ਰਚਨਾ ਵਿੱਚ ਲਿਖੀ ਹੈ। ਸੋ ਇੱਥੋਂ ਤੱਕ ਦੀ ਵਿਚਾਰ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਹੁਣ ਸਮੇਂ ਹੋ ਚੁੱਕੇ ਨੇ, ਅੱਜ ਦੀਆਂ ਵਿਚਾਰਾਂ ਨੂੰ ਆਪਾਂ ਇੱਥੇ ਹੀ ਵਿਸ਼ਰਾਮ ਦਿੰਦੇ ਹਾਂ। ਰਹੀ ਸਾਖੀ ਜਿਹੜੀ ਹੈ ਉਹ ਅਗਲੇਰੇ ਦੀਵਾਨਾਂ ਵਿੱਚ ਕੱਲ੍ਹ ਨੂੰ ਇਹਨਾਂ ਸਮਿਆਂ ਦੌਰਾਨ ਆਪ ਸੰਗਤਾਂ ਦੇ ਨਾਲ ਵਿਸਤਾਰ ਸਹਿਤ ਸਾਂਝੀ ਕਰਨ ਦਾ ਯਤਨ ਕਰਾਂਗੇ ਜੀ। ਆਓ ਹੁਣ ਗੁਰਬਾਣੀ ਦੇ ਕੀਰਤਨ ਸਰਵਣ ਕਰਨੇ ਨੇ। ਗੁਰੂ ਇਤਿਹਾਸ ਵਾਚਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਤਰੁੱਟੀਆਂ ਰਹਿੰਦੀਆਂ ਨੇ, ਮੱਤ ਬੜੀ ਛੋਟੀ ਹੈ। ਗੁਰੂ ਕੀ ਵਡਿਆਈ ਬੜੀ ਮਹਾਨ ਅਗਾਧ ਬੋਧ ਹੈ। ਸੋ ਗੁਰਦੇਵ ਰਹਿਮਤ ਕਰਨ, ਇੰਨੀਆਂ ਮਿੰਨਤੀਆਂ ਪ੍ਰਵਾਨ ਕਰਨੀਆਂ ਜੀ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਹੋਏ ਨਿਸੰਕ ਇੱਕ ਮਨ ਚਲਿਓ, ਹੁਤੋ ਹੁਕਮ ਜਿਸ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।